ਸੰਗਤ ਜੀ, ਗੁਰੂ ਸਾਹਿਬ ਜੀ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਿਲਣ ਤੋਂ ਪਹਿਲਾਂ ਮਾਧੋ ਦਾਸ ਵੈਰਾਗੀ ਜੋ ਬੰਦਾ ਸਿੰਘ ਬਹਾਦਰ ਹੋਇਆ, ਉਸ ਦੇ ਜੋ ਜਨਮ ਦਾ ਸਥਾਨ ਸੀ ਉਹ ਭੁੰਸ ਦੇ ਏਰੀਏ ਰਜੌਰੀ ਦੇ ਪਿੰਡ ਇੱਕ ਛੱਤਰੀ ਦੇ ਘਰ ਜਿਸ ਦਾ ਨਾਮ ਰਾਮਦੇਵ ਸੀ ਦੇ ਘਰ ਪੈਦਾ ਹੋਇਆ। ਛੋਟੇ ਹੁੰਦੇ ਤੋਂ ਛੱਤਰੀਆਂ ਦੇ ਘਰ ਪੈਦਾ ਹੋਇਆ, ਜਨਮ ਲੈਤਾ। ਜਨਮ ਤੋਂ ਉਪਰੰਤ ਛੱਤਰੀਆਂ ਦੇ ਘਰ ਪੈਦਾ ਹੋਣ ਕਰਕੇ ਜੰਗਾਂ ਯੁੱਧਾਂ ਦੇ ਦਾਅ ਪੇਚ ਤੇ ਤੀਰ ਅੰਦਾਜ਼ੀ ਤਲਵਾਰਬਾਜ਼ੀ ਦੇ ਬਹੁਤ ਮਾਹਿਰ ਹੋਏ ਸਨ। ਇਹ ਤਿੰਨਾਂ ਪਿੰਡਾਂ ਦੀ ਮਾਲਕ ਇਹਨਾਂ ਦੇ ਪਾਸ ਸੀ। ਰਜੌਰੀ ਦੇ ਨਾਲ ਲੱਗਦੇ ਤਿੰਨਾਂ ਪਿੰਡਾਂ ਦੇ ਮਾਲਕੀਅਤ ਸੀ, ਚੌਧਰੀ ਸੀ। ਇਹ ਛੋਟੀ ਉਮਰ ਦੇ ਵਿੱਚ ਬਹੁਤ ਤੇਜ਼ ਸੁਭਾਅ ਤੇ ਤਾਕਤਵਰ ਸੀ। ਜੋ ਬੰਦਾ ਸਿੰਘ ਬਹਾਦਰ ਹੋਇਆ, ਇਹਦਾ ਛੋਟੇ ਹੁੰਦੇ ਦਾ ਨਾਂ ਲਛਮਣ ਦਾਸ ਸੀ। ਸੋ ਇਹ ਲਛਮਣ ਦਾਸ ਬਹੁਤ ਜ਼ਿਆਦਾ ਤੇਜ਼ ਸੁਭਾਅ ਵਾਲਾ ਸੀ ਤੇ ਫੁਰਤੀਲਾ ਤੇ ਸਾਧ ਸੰਗਤ ਜੀ ਬਹੁਤ ਜ਼ਿਆਦਾ ਤੇਜ਼ ਹੋਣ ਕਰਕੇ, ਫੁਰਤੀਲਾ ਹੋਣ ਕਰਕੇ, ਤਾਕਤਵਰ ਹੋਣ ਕਰਕੇ ਇਹ ਮਸ਼ਹੂਰ ਹੋ ਗਿਆ ਸੀ। ਇਹ ਸ਼ਿਕਾਰ ਖੇਡਣ ਜਾਂਦਾ ਹੁੰਦਾ ਸੀ ਜੰਗਲਾਂ ਦੇ ਵਿੱਚ ਆਪਣੇ ਪਿਤਾ ਦੇ ਨਾਲ। ਸੋ ਇਹ ਸ਼ਿਕਾਰ ਖੇਡਦੇ ਇੱਕ ਦਿਨ ਇਹਦੇ ਨਾਲ ਕੀ ਹੋਇਆ, ਇਹ ਸ਼ਿਕਾਰ ਖੇਡਣ ਦੇ ਲਈ ਜਦੋਂ ਜੰਗਲਾਂ ਦੇ ਵਿੱਚ ਗਿਆ ਤੇ ਇਸ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ। ਸਾਧ ਸੰਗਤ, ਉਸ ਹਿਰਨੀ ਦੇ ਜੋ ਸਰੀਰ ਦੇ ਵਿੱਚ ਬੱਚੇ ਸਨ, ਜਦੋਂ ਹਿਰਨੀ ਦਾ ਸ਼ਿਕਾਰ ਕੀਤਾ ਉਸਦੇ ਪੇਟ ਨੂੰ ਚੀਰਿਆ ਪਾੜਿਆ ਸਾਧ ਸੰਗਤ ਜੀ, ਤਾਂ ਉਸਦੇ ਪੇਟ ਦੇ ਵਿੱਚੋਂ ਜੋ ਬੱਚੇ ਨਿਕਲੇ ਉਹ ਤੜਫਦੇ ਹੋਏ ਇਸ ਦੀ ਅੱਖਾਂ ਦੇ ਸਾਹਮਣੇ ਆਪਣੇ ਸਰੀਰ ਨੂੰ ਤਿਆਗ ਗਏ। ਇਸ ਦੇ ਮਨ ਨੂੰ ਠੇਸ ਲੱਗੀ, ਵੈਰਾਗ ਆਇਆ ਸਾਧ ਸੰਗਤ। ਸੋ ਇਹ ਉਹਨਾਂ ਬੱਚਿਆਂ ਨੂੰ ਤੜਫਦੇ ਹੋਇਆਂ ਨੂੰ ਵੇਖ ਕੇ ਵੈਰਾਗਮਈ ਹੋ ਕੇ ਭਗਤੀ ਸਿਮਰਨ ਦੇ ਵੱਲ ਨੂੰ ਤੁਰ ਪਿਆ। ਇਸ ਨੇ ਉਸ ਤੋਂ ਬਾਅਦ ਤੀਰ ਅੰਦਾਜ਼ੀ ਤਲਵਾਰਬਾਜ਼ੀ ਦਾ ਖਿਆਲ ਆਪਣੇ ਮਨ ਦੇ ਵਿੱਚੋਂ ਕੱਢ ਦਿੱਤਾ। ਪਰ ਛੱਤਰੀਆਂ ਦਾ ਖੂਨ ਸੀ, ਉਸਨੇ ਤਾਂ ਆਪਣੇ ਰੰਗ ਕਦੇ ਭੁਕਾਉਣੇ ਹੀ ਹੁੰਦੇ ਆ। ਸਾਧ ਸੰਗਤ ਜੀ, ਹਿੰਸਾ ਆਦਿਕ ਛੱਡ ਕੇ ਜਾਨਕੀ ਦਾਸ ਵੈਰਾਗੀ ਦੇ ਡੇਰੇ ਦੇ ਵਿੱਚ ਜਾ ਕੇ ਉਸ ਦੀ ਸੇਵਾ ਕਰਨ ਲੱਗ ਪਿਆ, ਭਗਤੀ ਸਿਮਰਨ ਕਰਨ ਲੱਗ ਪਿਆ। ਜਾਨਕੀ ਦਾਸ ਵੈਰਾਗੀ ਦੇ ਡੇਰੇ ਦੇ ਅੰਦਰ ਸੇਵਾ ਭਾਵਨਾ ਦੇ ਨਾਲ ਇਹ ਬਹੁਤ ਜ਼ਿਆਦਾ ਉਸ ਦੀ ਭਗਤੀ ਕਰਨ ਲੱਗ ਪਿਆ। ਸੋ ਜਿਸ ਦਾ ਗੁਰਦੁਆਰਾ ਸੰਤ ਰਾਮ ਥੰਮਣ ਨਾਮੀ ਕਸਬੇ ਕਸੂਰ ਦੇ ਪਾਸ ਹੈ। ਇੱਕ ਵਾਰੀ 1743 ਨੂੰ ਲਛਮਣ ਦੇਵ ਜਾਨਕੀ ਪ੍ਰਸ਼ਾਦ ਦੇ ਨਾਲ ਬਾਬੇ ਰਾਮ ਥੰਮਣ ਦਾ ਮੇਲਾ ਜੋ ਵਿਸਾਖੀ ਦੇ ਵਾਲੇ ਦਿਨ ਬਹੁਤ ਜ਼ਿਆਦਾ ਭਰਦਾ ਹੈ, ਬਰਕਤ ਵਾਲਾ ਮਸ਼ਹੂਰ ਹੈ, ਦਰਸ਼ਨੀ ਸੰਤ ਸੀ। ਲਛਮਣ ਦੇਵ ਵੀ ਉਸਦਾ ਚੇਲਾ ਬਣ ਗਿਆ ਕਿਉਂਕਿ ਉਸਨੇ ਉਸ ਦੀ ਜੋ ਸ਼ਕਤੀਆਂ ਜਾਂ ਉਸ ਦੀ ਪ੍ਰੇਮ ਭਾਵਨਾ ਵੇਖੀ। ਲਛਮਣ ਦਾਸ ਉਹ ਵੈਰਾਗੀ ਸਾਧੂਆਂ ਦੇ ਵਿੱਚ ਜਾ ਰਲਿਆ। ਇਸ ਦਾ ਨਾਮ ਨਾਰਾਇਣ ਦਾਸ ਰੱਖਿਆ ਗਿਆ। ਸਾਧ ਸੰਗਤ ਜੀ, ਲਛਮਣ ਦੇਵ ਵੀ ਉਸ ਦਾ ਚੇਲਾ ਬਣਨ ਤੋਂ ਬਾਅਦ ਇਸ ਦਾ ਨਾਮ ਬਦਲ ਕੇ ਨਾਰਾਇਣ ਦਾਸ ਉਹਨਾਂ ਵੈਰਾਗੀ ਸਾਧੂਆਂ ਨੇ ਰੱਖ ਦਿੱਤਾ। ਵੈਰਾਗੀ ਸਾਧੂ ਜੀਵਨ ਖਾਕੀ ਸੰਤ ਨੂੰ ਬਾਲਾ ਜੀ ਆਖਿਆ ਕਰਦੇ ਸਨ ਤੇ ਉਹ ਇਸ ਨੂੰ ਬਾਲਾ ਜੀ ਦੇ ਨਾਮ ਨਾਲ ਵੀ ਬੁਲਾਇਆ ਕਰਦੇ ਸਨ। ਇਸ ਦਾ ਨਾਮ ਲਛਮਣ ਬਾਲਾ ਵੀ ਹੋਇਆ। ਮਾਧੋ ਦਾਸ ਵੈਰਾਗੀ ਦੇ ਨਾਮ ਕਈ ਹੋਏ ਹੈ ਕਿਉਂਕਿ ਗੁਰੂ ਚੇਲੇ ਬਣਨ ਦੇ ਨਾਲ ਨਾਲ ਇਸ ਦੇ ਨਾਮ ਬਦਲਦੇ ਤੁਰੇ ਗਏ ਹੈ। ਇਸ ਨੂੰ ਬਾਲਾ ਜੀ ਕਹਿਣ ਲੱਗ ਪਏ। ਜਦੋਂ ਇਸ ਨੇ ਫਿਰ ਵੈਰਾਗੀ ਸਾਧਾਂ ਦੀ ਜਮਾਤ ਦੇ ਨਾਲ ਰਲ ਕੇ ਸਾਧ ਸੰਗਤ ਜੀ ਤੀਰਥ ਯਾਤਰਾ ਦੇਸ਼ ਦੇਸ਼ਾਂਤਰਾਂ ਦੀ ਕਰਨੀ ਆਰੰਭ ਕਰ ਦਿੱਤੀ। ਸਹਿਲ ਭਜਨ ਪਾਠ ਕਰਦਿਆਂ ਫਿਰਦੇ ਰਹੇ। ਉਸ ਸਮੇਂ ਵੈਰਾਗੀਆਂ ਸੈਨਾਸੀਆਂ ਦੇ ਵਿੱਚ ਆਪਸੀ ਲੜਾਈਆਂ ਝਗੜੇ ਬਹੁਤ ਹੋਇਆ ਕਰਦੇ ਸਨ ਤੇ ਇਹ ਆਪਸ ਦੇ ਵਿੱਚ ਜੰਗਾਂ ਯੁੱਧਾਂ ਕਰਦੇ ਰਹਿੰਦੇ ਸਨ, ਡੇਰਿਆਂ ਦੇ ਮੁਕਾਬਲੇ ਤੇ
ਆਪਣੀਆਂ ਜਗ੍ਹਾ ਦੀਆਂ ਆਪਣੀਆਂ ਪਰੰਪਰਾ ਦੇ ਮੁਤਾਬਕ ਇਹਨਾਂ ਦੇ ਜੰਗਾਂ ਜੁੱਦਾਂ ਛੋਟੀਆਂ ਤੋਪਾਂ ਜਮੂਰੇ ਆਦਿਕ ਬਹੁਤ ਇਹਨਾਂ ਦੇ ਪਾਸ ਹੁੰਦੇ ਸਨ। ਬੰਦੂਕ ਜਾਂ ਤੀਰ ਕਮਾਨ ਹਾਥੀ ਘੋੜੇ ਜਮਾਤਾਂ ਆਪਦੇ ਨਾਲ ਰੱਖਦੀਆਂ ਸਨ। ਕੁੰਭ ਦੇ ਮੇਲੇ ਦੇ ਸੰਨਿਆਸੀ ਉਦਾਸੀ ਫਕੀਰਾਂ ਦੀ ਆਪਸ ਦੇ ਵਿੱਚ ਲੜਾਈ ਲੱਗੀ ਰਹਿੰਦੀ ਸੀ ਤੇ ਹਜ਼ਾਰਾਂ ਸਾਧੂ ਦੋਵਾਂ ਤਰਫਾਂ ਦੇ ਮਾਰੇ ਜਾਇਆ ਕਰਦੇ ਸਨ। ਜਦ ਨਾਰਾਇਣ ਦਾਸ ਤੀਰਥ ਕਰਦਾ ਹੋਇਆ ਦੱਖਣ ਦੇਸ਼ ਦੇ ਨਜ਼ਦੀਕ ਸ਼ਹਿਰ ਗੋਦਾਵਰੀ ਦੇ ਕੰਢੇ ਪੰਚਵਟੀ ਪਹੁੰਚਿਆ ਤਾਂ ਇਹ ਸੁੰਦਰ ਜਗ੍ਹਾ ਦੇਖ ਕੇ ਸਾਧ ਸੰਗਤ ਜੀ ਉੱਥੇ ਹੀ ਤਪੱਸਿਆ ਕਰਨ ਲੱਗ ਪਿਆ। ਇੱਥੇ ਹੀ ਲਛਮਣ ਦਾਸ ਨੇ ਸੁਪਨਖਾ ਦਾ ਜੋ ਨੱਕ ਸੀ ਉਹ ਕੱਟਿਆ ਸੀ। ਸਾਧ ਸੰਗਤ ਜੀ, ਜੋ ਇਹ ਗੋਦਾਵਰੀ ਦੇ ਗੰਗਾ ਦਾ ਕਿਨਾਰਾ ਹੈ ਨਾ, ਆਪਾਂ ਰਾਮਾਇਣ ਦੇਖੀ ਹੋਣੀ ਹੈ। ਰਾਮ ਤੇ ਰਾਵਣ ਦੀ ਲੜਾਈ ਹੋਈ ਹੈ, ਉਹ ਕਿਉਂ ਹੋਈ? ਜੇ ਆਪਾਂ ਵਿਚਾਰ ਕਰੀਏ, ਜਦੋਂ ਸ੍ਰੀ ਰਾਮਚੰਦਰ ਜੀ ਨੂੰ ਬਨਵਾਸ ਦੇ ਕੇ ਉਸ ਦੇ ਪਿਤਾ ਨੇ ਆਪਣੇ ਰਾਜ ਭਾਗ ਦੇ ਵਿੱਚੋਂ ਕੱਢ ਦਿੱਤਾ ਸੀ ਤੇ ਜੰਗਲਾਂ ਦੇ ਵਿੱਚ ਆਪਣਾ ਬਨਵਾਸ ਪੂਰਾ ਕਰ ਰਹੇ ਸਨ। ਇਹ ਗੋਦਾਵਰੀ ਦੇ ਕੰਢੇ ਆ ਕੇ ਰਹਿਣ ਲੱਗ ਪਏ ਸਨ। ਇੱਥੇ ਜਦੋਂ ਸ੍ਰੀ ਲਛਮਣ ਜੀ ਆਪਣੇ ਉਪਜੀਵਕਾ ਤੇ ਖਾਣ ਪਾਣ ਦੇ ਵਾਸਤੇ ਜੰਗਲ ਦੇ ਵਿੱਚ ਕੁਝ ਲੱਭਦੇ ਫਿਰ ਰਹੇ ਸਨ, ਲੱਕੜੀਆਂ ਇਕੱਠੀਆਂ ਕਰ ਰਹੇ ਸਨ, ਤਾਂ ਰਾਵਣ ਦੀ ਜੋ ਭੈਣ ਸੀ ਸੁਪਨਖਾ, ਬਹੁਤ ਜ਼ਿਆਦਾ ਸੁੰਦਰ ਸੋਹਣੀ ਇਸਤਰੀ ਸੀ, ਉਹ ਲਛਮਣ ਜੀ ਦੇ ਉੱਪਰ, ਜੋ ਰਾਮ ਜੀ ਸ੍ਰੀ ਰਾਮਚੰਦਰ ਜੀ ਦਾ ਭਰਾ ਸੀ ਛੋਟਾ, ਮੋਹਿਤ ਹੋ ਗਈ। ਉਸਨੇ ਉਸ ਨੂੰ ਲਛਮਣ ਜੀ ਨੂੰ ਕਿਹਾ, ਸੁਪਨਖਾ ਨੇ, ਕਿ ਤੁਸੀਂ ਮੇਰੇ ਨਾਲ ਸ਼ਾਦੀ ਵਿਆਹ ਰਚ ਲਓ। ਸਾਧ ਸੰਗਤ ਜੀ, ਰਾਮ ਨੇ ਲਛਮਣ ਜੀ ਨੇ ਕਿਹਾ ਕਿ ਨਹੀਂ, ਮੈਂ ਸ਼ਾਦੀ ਵਿਆਹ ਨਹੀਂ ਕਰਨਾ, ਮੈਂ ਜਤੀ ਸਤੀ, ਮੈਂ ਆਪਣੇ ਭਰਾ ਰਾਮ ਦੇ ਨਾਲ ਇਸ ਜੰਗਲ ਦੇ ਵਿੱਚ ਆਇਆ ਹੋਇਆ ਤੇ ਨਾਲ ਸਾਡੀ ਸੀਤਾ ਮਾਤਾ ਹੈ, ਉਹ ਆਪਣੀ ਜੋ ਰਿਸ਼ਤੇ ਦੇ ਵਿੱਚ ਭਾਬੀ ਲੱਗਦੀ ਸੀ, ਰਾਮ ਦੇ ਘਰ ਵਾਲੀ ਸੀ, ਭਰਜਾਈ ਸੀ, ਪਰ ਉਸ ਨੂੰ ਮਾਤਾ ਮੰਨਦਾ ਸੀ, ਮਾਤਾ ਸਮਝ ਕੇ ਸੇਵਾ ਕਰਦਾ ਸੀ। ਉਹ ਕਹਿੰਦਾ ਸੀ ਸਾਡੇ ਸੀਤਾ ਮਾਤਾ ਜੀ ਤੇ ਰਾਮ ਭਰਾ ਜੀ ਨੇ ਉਹ ਬਨਵਾਸ 'ਤੇ ਆਏ ਹੋਏ ਹੈ, ਮੈਂ ਸ਼ਾਦੀ ਨਹੀਂ ਕਰਨੀ। ਸੁਪਨਖਾ ਉਸ ਦੇ ਨਾਲ ਥੋੜ੍ਹਾ ਜ਼ਬਰਦਸਤੀ ਕਰਨ ਲੱਗੀ ਤੇ ਉਸਨੇ ਉਸ ਦਾ ਜੋ ਰਮਾਇਣ ਦੇ ਵਿੱਚ ਲਿਖਿਆ ਕਿ ਨੱਕ ਕੱਟ ਦਿੱਤਾ ਸੀ। ਉਹ ਨੱਕ ਕੱਟਣ ਦੇ ਬਦਲੇ ਦੇ ਹੋਣ ਦੇ ਕਾਰਨ ਹੀ ਸਾਧ ਸੰਗਤ ਜੀ ਰਾਵਣ ਨੇ ਸੀਤਾ ਮਾਤਾ ਨੂੰ ਉਠਾਇਆ ਸੀ ਤੇ ਉਹ ਸਾਰੇ ਯੁੱਧ ਦਾ ਕਾਰਨ ਸੀ, ਉਹ ਇਹ ਬਣਿਆ ਸੀ। ਤੇ ਰਾਮ ਤੇ ਲਛਮਣ ਦਾ ਜੋ ਰਾਵਣ ਦੇ ਨਾਲ ਸ੍ਰੀ ਲੰਕਾ ਦੇ ਵਿੱਚ ਯੁੱਧ ਹੋਇਆ ਹੈ, ਉਸ ਦਾ ਕਾਰਨ ਰਾਮਾਇਣ ਦੇ ਵਿੱਚ ਇਹੀ ਦੱਸਿਆ ਗਿਆ ਹੈ ਕਿ ਰਾਵਣ ਨੇ ਆਪਣੀ ਭੈਣ ਦਾ ਬਦਲਾ ਲੈਣ ਦੇ ਲਈ ਸੀਤਾ ਮਾਤਾ ਨੂੰ ਉਠਾ ਲਿਆ ਸੀ, ਬੰਦੀ ਬਣਾ ਲਿਆ ਸੀ ਤੇ ਇਸ ਦੇ ਕਾਰਨ ਇਹ ਯੁੱਧ ਹੋਇਆ ਹੈ। ਉਹ ਗੋਦਾਵਰੀ ਹੈ ਤੇ ਉਹ ਗੰਗਾ ਦਾ ਕਿਨਾਰਾ ਹੈ ਜਿੱਥੇ ਲਛਮਣ ਦਾਸ ਨੇ, ਜੋ ਮਾਧੋ ਦਾਸ ਵੈਰਾਗੀ ਹੈ, ਇਸ ਨੇ ਉੱਥੇ ਬਹੁਤ ਜ਼ਿਆਦਾ ਤਪੱਸਿਆ ਕੀਤੀ ਤੇ ਜੋਗੀ ਲੂਣੀਏ ਸਿੱਧ ਦਾ ਚੇਲਾ ਬਣ ਕੇ ਰਹਿਣ ਲੱਗ ਪਿਆ। ਜੋ ਔਗਣਨਾਥ ਜੋਗੀ ਸੀ, ਉਸ ਦਾ ਚੇਲਾ ਬਣ ਗਿਆ। ਇਸੇ ਲੂਣੀਏ ਸਿੱਧ ਦੇ ਬਣਾਏ ਹੋਏ ਜੰਤਰ ਮੰਤਰ ਲੋਕਾਂ ਦੇ ਉੱਪਰ ਇਹ ਅਜਮਾਉਣ ਲੱਗ ਪਿਆ। ਸਾਧ ਸੰਗਤ ਜੀ, ਇਹ ਬਹੁਤ ਪ੍ਰਸਿੱਧ ਹੋਇਆ ਹੈ। ਔਗਣਨਾਥ ਜੋਗੀ ਸਿੱਧ ਦੀ ਟਹਿਲ ਨਾਰਾਇਣ ਦਾਸ ਨੇ ਬਹੁਤ ਚੰਗੀ ਕੀਤੀ, ਜਿਸ ਤੋਂ ਖੁਸ਼ ਹੋ ਕੇ ਉਸਨੇ ਆਪਣੇ ਅੰਤ ਦੇ ਸਮੇਂ ਸੰਨ 1748 ਦੇ ਵਿੱਚ ਬਿਕਰਮ ਨੂੰ ਪੋਥੀ, ਜਿਸ ਦੇ ਵਿੱਚ 64 ਵਿਦਿਆ ਲਿਖੀਆਂ ਹੋਈਆਂ ਸਨ, ਉਹ ਵਿਦਿਆ ਵਾਲੀ ਪੋਥੀ ਉਹਨਾਂ ਨੇ ਨਾਰਾਇਣ ਦਾਸ ਨੂੰ, ਜੋ ਲਛਮਣ ਦਾਸ ਹੋਇਆ, ਜਿਸ ਨੂੰ ਬਾਲਾ ਜੀ ਵੀ ਕਿਹਾ ਗਿਆ ਤੇ ਬਾਅਦ ਦੇ ਵਿੱਚ ਮਾਧੋ ਦਾਸ ਵੈਰਾਗੀ ਵੀ ਬਣਿਆ ਤੇ ਗੁਰੂ ਸਾਹਿਬ ਜੀ ਦੇ ਮਿਲਣ 'ਤੇ ਬੰਦਾ ਸਿੰਘ ਬਹਾਦਰ ਵੀ ਬਣਿਆ। ਇਹਨਾਂ ਨੂੰ ਇਹ ਜੋ 64 ਵਿਦਿਆ ਵਾਲੀ ਪੋਥੀ ਸੀ ਉਹਨਾਂ ਨੇ ਸੌਂਪ ਦਿੱਤੀ ਤੇ ਆਪ ਪਰਮ ਪਿਤਾ ਪਰਮਾਤਮਾ ਜੀ ਦੇ ਚਰਨ ਕਮਲਾਂ ਦੇ ਪਾਸ ਸਰੀਰ ਛੱਡ ਕੇ ਜਾ ਵਿਰਾਜੇ। ਤੇ ਇਹ ਰਸਾਇਣਾਂ ਦੀ ਬਨਾਵਟ ਬੂਟੀ
ਜੋ ਜੜੀ ਬੂਟੀਆਂ ਇਹ ਬਣਾਉਣਾ ਬਹੁਤ ਜ਼ਿਆਦਾ ਸਿੱਖ ਗਿਆ ਸੀ। ਨੰਦੇੜ ਸ਼ਹਿਰ ਤੋਂ ਹੰਗੋਲੀ ਤੋਂ 18 ਕੋਸ ਗੋਦਾਵਰੀ ਗੰਗਾ ਕਿਨਾਰੇ ਬਗੀਚਾ ਬਣਾ ਕੇ ਰਹਿਣ ਲੱਗ ਪਿਆ ਮਾਧੋ ਦਾਸ ਵੈਰਾਗੀ। ਤੇ ਰਿੱਧ ਸਿੱਧ ਨਾਵੇ ਕੀ ਦਾਸੀ ਤਤ ਜਪ ਜਤ ਸਤ ਦੇ ਪ੍ਰਤਾਪ ਨਾਲ ਕਰਾਮਾਤੀ ਮਸ਼ਹੂਰ ਹੋ ਗਿਆ। ਕਰਾਮਾਤਾਂ ਜਮਾ ਕੇ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਦਿਲਚਸਪ ਬਣ ਗਿਆ, ਜਿਹਨੂੰ ਮੋਹਣ ਲੱਗ ਪਿਆ। ਲਿਖਿਆ ਹੈ 4 ਮੁਵੱਕਲ ਵੀਰ ਇਸ ਨੇ ਵਸ ਦੇ ਵਿੱਚ ਕੀਤੇ ਹੋਏ ਸਨ। ਭੂਤਾਂ ਪ੍ਰੇਤਾਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਕਹਿੰਦੇ ਇਹਨਾਂ ਦੇ ਵਸ ਦੇ ਵਿੱਚ ਕੀਤੀਆਂ ਹੋਈਆਂ ਸਨ। ਸਾਧ ਸੰਗਤ ਜੀ ਬਗੀਚੇ ਨੂੰ ਸਿੰਜਦੇ ਹੋਏ ਹੋਰ ਵੀ ਅਨੇਕ ਕੰਮ ਕਰਦੇ ਰਹਿੰਦੇ ਸਨ। ਨਾਲੇ ਇਹਨਾਂ ਨੇ ਇੱਕ ਪਲੰਘ ਤਿਆਰ ਕੀਤਾ ਹੋਇਆ ਸੀ, ਜਿਸ ਦੇ ਉੱਤੇ ਜੇ ਕੋਈ ਸਾਧੂ ਮਹਾਂਪੁਰਸ਼ ਕੋਈ ਫਕੀਰ ਇਹਨਾਂ ਨੂੰ ਮਿਲਣੇ ਆਉਂਦਾ ਸੀ ਤੇ ਪਲੰਘ ਦੇ ਉੱਪਰ ਉਸ ਨੂੰ ਬਿਠਾ ਕੇ ਪਲੰਘ ਨੂੰ ਉਲਟਾ ਦਿਆ ਕਰਦੇ ਸਨ। ਮੁਵੱਕਲ ਪੀਰਾਂ ਤੋਂ ਉਸ ਪਲੰਘ ਨੂੰ ਉਲਟਾ ਦਿਆ ਕਰਦੇ ਸਨ ਤੇ ਫਿਰ ਹਾਸਾ ਠੱਠਾ ਕਰਦੇ ਸਨ, ਮਜ਼ਾਕ ਉਡਾਇਆ ਕਰਦੇ ਸਨ ਪੀਰਾਂ ਫਕੀਰਾਂ ਦਾ। ਸਾਧੂ ਹੱਸਦੇ ਰਹਿੰਦੇ ਇਸ ਦੇ ਨਾਲ ਦੇ, ਤੇ ਜੋ ਮਹਾਂਪੁਰਸ਼ ਕੋਈ ਸਾਧੂ ਇਹਨਾਂ ਦੇ ਪਾਸ ਆਉਂਦਾ ਉਹ ਸ਼ਰਮਿੰਦਾ ਹੋ ਜਾਇਆ ਕਰਦਾ ਸੀ। ਇਹੋ ਜਿਹੀ ਮਹਿਮਾ ਸੁਣ ਕੇ ਗੁਰੂ ਸਾਹਿਬ ਨੇ ਜਾ ਕੇ ਉਸ ਨੂੰ ਆਪਣਾ ਸੇਵਕ ਬਣਾਇਆ। 5 ਤੀਰ ਆਪਣੇ ਉਸ ਨੂੰ ਦਿੱਤੇ। ਸਾਧ ਸੰਗਤ ਜੀ ਇਹ 5 ਸਿੰਘਾਂ ਸਮੇਤ ਪ੍ਰਕਾਰ ਉਸ ਸਿੱਖਿਆ ਦੇ ਤੇ ਤੋਰਿਆ ਕਿ ਉਹ 10ਵੇਂ ਗੁਰੂ ਦੇ ਅੰਤਿਮ ਪ੍ਰਸੰਗ ਵਿੱਚ ਲਿਖਿਆ ਜੋ ਪਹਿਲਾਂ ਪੜ੍ਹਿਆ ਆ। ਉਹ ਤੀਰਾਂ ਦੇ ਨਾਲ ਇਸ ਨੇ ਜੰਗਾਂ ਯੁੱਧਾਂ ਵੀ ਕੀਤੀਆਂ। ਜੋ 50-60 ਇਸ ਨੂੰ ਸਿੰਘ ਗੁਰੂ ਸਾਹਿਬ ਜੀ ਨੇ ਕਿਹਾ ਸੀ ਵੀ ਤੂੰ ਇਹਨਾਂ ਨੂੰ ਨਾਲ ਰੱਖ। ਸਾਧ ਸੰਗਤ ਜੀ ਉਹਨਾਂ ਦੇ ਨਾਲ ਇਸ ਨੇ ਫਿਰ ਗੋਦਾਵਰੀ ਤੋਂ ਚੱਲ ਕੇ ਪੰਜਾਬ ਵੱਲ ਨੂੰ ਆਉਣਾ ਕੀਤਾ। ਜਦ ਬੰਦਾ ਬਹਾਦਰ ਸਾਉਣ ਦੇ ਮਹੀਨੇ ਸੰਮਤ 1764 ਵਿਕਰਮ ਨੂੰ ਗੁਰੂ ਸਾਹਿਬ ਪਾਸੋਂ ਵਿਦਾ ਹੋ ਕੇ ਸਿੰਘਾਂ ਸਮੇਤ ਮੁਲਕ ਤਿਲੰਗਗੌੜ ਮਹਾਰਾਸ਼ਟਰ ਲੰਘ ਕੇ ਬੁੰਦੇਲਖੰਡ ਵਿੱਚ ਪੁੱਜਿਆ ਤੇ ਰਾਹ ਦੇ ਵਿੱਚ ਗੁਰੂ ਸਾਹਿਬ ਜੀ ਦੇ ਪਰਉਪਕਾਰ ਜੀਵਨ ਚਰਿੱਤਰ ਧਰਮ ਪਵਿੱਤਰ ਔਰ ਕਰਾਮਾਤਾਂ ਦੀਆਂ ਜੜ੍ਹਾਂ ਨਾਲ ਜੁੜੇ ਹੋਏ ਧਰਮ ਸੰਬੰਧੀ ਉਪਦੇਸ਼ ਵੀ ਸੁਣਦਾ ਰਿਹਾ। ਗੁਰੂ ਸਾਹਿਬ ਦਾ ਮਿਲਾਪ ਕਿਵੇਂ ਹੋਇਆ? ਜਦੋਂ ਗੁਰੂ ਸਾਹਿਬ ਜੀ ਨੰਦੇੜ ਸਾਹਿਬ ਨੂੰ ਜਾਂਦੇ ਹੋਏ ਗੋਦਾਵਰੀ ਦੇ ਕੰਢੇ 'ਤੇ ਖੜੇ ਤੇ ਗੁਰੂ ਸਾਹਿਬ ਇਸ ਦੇ ਡੇਰੇ ਦੇ ਵਿੱਚ ਗਏ। ਸਾਧ ਸੰਗਤ ਜੀ ਇਹ ਉਸ ਸਮੇਂ ਗੰਗਾ ਦੇ ਕਿਨਾਰੇ ਇਸ਼ਨਾਨ ਕਰਨ ਗਿਆ ਹੋਇਆ ਸੀ। ਸਾਧ ਸੰਗਤ ਜੀ ਗੁਰੂ ਸਾਹਿਬ ਆ ਕੇ ਦੇ ਪਲੰਘ ਦੇ ਉੱਪਰ ਬੈਠ ਗਏ। ਇਸ ਦੇ ਚੇਲਿਆਂ ਨੇ ਬੜਾ ਜ਼ੋਰ ਲਾਇਆ ਪਰ ਗੁਰੂ ਸਾਹਿਬ ਦਾ ਉਹ ਕੁਛ ਕਰ ਨਾ ਸਕੇ ਤੇ ਗੁਰੂ ਸਾਹਿਬ ਨੇ ਇਹਨਾਂ ਦੇ ਡੇਰਿਆਂ ਦੇ ਵਿੱਚ ਬੱਕਰੇ ਝਟਕਾ ਦਿੱਤੇ। ਸਿੰਘਾਂ ਨੂੰ ਕਿਹਾ ਕਿ ਬੱਕਰੇ ਝਟਕਾ ਦਿਓ। ਝਟਕਾਏ। ਸਾਧ ਸੰਗਤ ਜਦੋਂ ਮਾਧੋ ਦਾਸ ਵੈਰਾਗੀ ਦੇ ਚੇਲਿਆਂ ਨੇ ਇਸ ਨੂੰ ਜਾ ਕੇ ਕਿਹਾ ਕਿ ਬਾਬਾ ਜੀ ਆਪ ਹੀ ਦੇ ਪਲੰਘ ਦੇ ਉੱਪਰ ਕੋਈ ਮਹਾਂਪੁਰਸ਼ ਆ ਕੇ ਬੈਠ ਗਏ ਹੈ ਤੇ ਉਹਨਾਂ ਨੇ ਆਪ ਜੀ ਦਾ ਡੇਰਾ ਵੀ ਪਵਿੱਤਰ ਕਰ ਦਿੱਤਾ ਹੋਇਆ ਹੈ ਕਿ ਬੱਕਰੇ ਝਟਕਾ ਦਿੱਤੇ ਹਨ। ਤੇ ਗੁੱਸੇ ਦੇ ਵਿੱਚ ਹੋ ਕੇ ਇਸ ਨੇ 5 ਮੁਵੱਕਲ ਵੀਰ ਭੇਜੇ ਤਾਂ ਗੁਰੂ ਸਾਹਿਬ ਦੇ ਪਲੰਘ ਨੂੰ ਉਲਟਾਉਣਾ ਚਾਹਿਆ। ਸਾਧ ਸੰਗਤ ਜੀ ਗੁਰੂ ਸਾਹਿਬ ਨੇ ਪਲੰਘ ਦੇ ਪਾਵਿਆਂ ਦੇ ਉੱਪਰ ਤੀਰ ਰੱਖ ਕੇ ਪਲੰਘ ਨੂੰ ਕਿਹਾ ਕਿ ਭਾਈ ਜੀ ਤੁਸੀਂ ਉੱਪਰ ਉੱਠਣ ਵਾਸਤੇ ਨਹੀਂ, ਇਹ ਧਰਤੀ ਮਾਤਾ ਦੇ ਉੱਪਰ ਟੇਕਣ ਵਾਸਤੇ ਬਣੇ ਹੋ। ਸਾਧ ਸੰਗਤ ਜੀ ਪਲੰਘ ਨੂੰ ਉਲਟਾ ਨਾ ਸਕਿਆ। ਫਿਰ ਇਸ ਨੇ ਧਰਤੀ ਦੇ ਵਿੱਚ ਧਸਾਉਣਾ ਚਾਹਿਆ, ਉਹ ਧਸਾ ਨਾ ਸਕਿਆ ਤੇ ਆ ਕੇ ਫਿਰ ਅਖੀਰ ਨੂੰ ਇਸ ਨੇ ਗੁਰੂ ਸਾਹਿਬ ਜੀ ਦੇ ਚਰਨ ਫੜ ਲਏ। ਸਾਧ ਸੰਗਤ ਜੀ ਜਦੋਂ ਗੁਰੂ ਸਾਹਿਬ ਜੀ ਦੇ ਚਰਨ ਫੜੇ ਤੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਮੇਰਾ ਡੇਰਾ ਪਵਿੱਤਰ ਕਰ ਦਿੱਤਾ ਹੈ, ਪਾਪ ਕਰ ਦਿੱਤਾ ਹੈ। ਤਾਂ ਗੁਰੂ ਜੀ ਨੇ ਕਿਹਾ ਮਾਧੋ ਦਾਸ ਇਹ ਕੀ ਪਾਪ ਹੈ, ਜ਼ੁਲਮ ਕੀ ਹੈ? ਜ਼ੁਲਮ ਤੇ ਪੰਜਾਬ 'ਤੇ ਹੋ ਰਿਹਾ, ਪੰਜਾਬ ਦੀ ਧਰਤੀ 'ਤੇ ਹੋ ਰਿਹਾ, ਜਿਸ ਦਾ ਕੋਈ ਟਿਕਾਣਾ ਨਹੀਂ। ਬੱਚਿਆਂ ਨੂੰ ਮਾਰਿਆ ਜਾ ਰਿਹਾ, ਬਜ਼ੁਰਗਾਂ ਨੂੰ ਮਾਰਿਆ ਜਾ ਰਿਹਾ, ਧੀਆਂ ਭੈਣਾਂ ਦੀ ਕੋਈ ਇੱਜ਼ਤ ਨਹੀਂ ਰਹੀ, ਬਹੁਤ ਅਨਰਥ ਹੋ ਰਿਹਾ। ਇਹ ਤਾਂ ਉਸਦੇ ਮੁਤਾਬਕ ਕੁਛ ਵੀ ਨਹੀਂ। ਤੇ ਜੇ ਤੂੰ ਇਸ ਨੂੰ ਜ਼ੁਲਮ ਪਾ ਮੰਨਦਾ ਤਾਂ ਉਹ ਇਸ ਤੋਂ ਵੱਡਾ ਹੈ, ਉਸ ਨੂੰ ਰੋਕਣ ਦੇ ਵਾਸਤੇ ਤੈਨੂੰ ਜਾਣਾ ਪੈਣਾ ਹੈ।
ਤਾਂ ਉਸਨੇ ਗੁਰੂ ਸਾਹਿਬ ਦੀਆਂ ਗੱਲਾਂ ਨੂੰ ਸੁਣਿਆ, ਵਿਚਾਰਿਆ, ਤੇ ਗੁਰੂ ਸਾਹਿਬ ਦੇ ਚਰਨ ਫੜ ਕੇ ਕਹਿੰਦਾ, ਮਹਾਰਾਜ ਮੈਂ ਤੁਹਾਡਾ ਬੰਦਾ ਵਾ, ਜਿਸ ਤਰ੍ਹਾਂ ਤੁਹਾਡਾ ਹੁਕਮ ਹੋਏ ਦਾਸ ਉਸੇ ਤਰ੍ਹਾਂ ਕਰਨ ਨੂੰ ਤਿਆਰ ਹੈ। ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ, ਕਲਗੀਧਰ ਪਿਤਾ ਜੀ ਨੇ, ਇਸ ਦਾ ਨਾਮ ਮਾਧੋ ਦਾਸ ਤੋਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ ਤੇ ਪੰਜਾਬ ਦੇ ਵੱਲ ਚੜ੍ਹਾਈ ਕਰਾ ਦਿੱਤੀ ਕਿ ਤੂੰ ਜਾ ਇਹ ਜ਼ੁਲਮ ਦਾ ਟਾਕਰਾ ਕਰ, ਜੋ ਪੰਜਾਬ ਦੀ ਸੰਗਤ ਤੇ ਬੱਚਿਆਂ ਤੇ ਸਿੰਘਾਂ ਸਰਦਾਰਾਂ ਤੇ ਜ਼ੁਲਮ ਹੋ ਰਿਹਾ ਹੈ, ਉਸ ਜ਼ੁਲਮ ਨੂੰ ਖਤਮ ਕਰ, ਉਸ ਦਾ ਨਾਸ਼ ਕਰ ਤੇ ਬਦਲਾ ਲੈ। ਸਾਧ ਸੰਗਤ ਜੀ, ਇਸ ਤਰ੍ਹਾਂ ਕਹਿਣ ਤੇ ਜਦੋਂ ਮਾਧੋ ਦਾਸ ਵੈਰਾਗੀ ਨੇ ਆਪਣੇ ਨਾਮ ਤੇ ਬੰਦਾ ਸਿੰਘ ਬਹਾਦਰ ਦਾ ਨਾਮ ਰੱਖ ਲਿਆ ਗੁਰੂ ਸਾਹਿਬ ਜੀ ਦੇ ਕਹਿਣ ਤੇ ਉਸਨੇ ਪੰਜਾਬ ਦੇ ਵੱਲ ਨੂੰ ਰਵਾਨਗੀ ਕਰਦਿਆਂ ਹੋਇਆਂ ਬੁੰਦੇਲਖੰਡ ਵਿੱਚ ਪੁੱਜਿਆ ਤੇ ਰਾਹ ਦੇ ਵਿੱਚ ਗੁਰੂ ਸਾਹਿਬ ਜੀ ਦੀਆਂ ਜੋ ਕਰਾਮਾਤਾਂ ਦੀਆਂ ਜਾਂ ਉਹਨਾਂ ਦੇ ਪ੍ਰੇਮ ਪਿਆਰ ਦੀਆਂ ਗੱਲਾਂ, ਧਰਮ ਦੀਆਂ ਗੱਲਾਂ, ਉਪਦੇਸ਼ ਸੁਣਦਾ, ਪਹਾੜੀ ਰਾਜਿਆਂ ਦੀਆਂ ਛਲਾਂ ਨੂੰ, ਉਹਨਾਂ ਦੀਆਂ ਕੀਤੀਆਂ ਬਦਨੀਤੀਆਂ ਨੂੰ ਸੁਣਦਾ ਹੋਇਆ ਅੱਗੇ ਵੱਧਦਾ ਜਾਏ, ਤਿਉਂ-ਤਿਉਂ ਇਸ ਦਾ ਗੁੱਸਾ, ਜੋਸ਼ ਸਾਧ ਸੰਗਤ ਹੋਰ ਵੱਧਦਾ ਤੁਰਿਆ ਜਾਏ। ਕ੍ਰੋਧ ਨਾਲ ਲਾਲੋ ਲਾਲ ਹੋ ਰਿਹਾ ਸੀ। ਇਸ ਦਾ ਚਿਹਰਾ ਤਪਦੇ ਤੰਦੂਰ ਦੇ ਵਾਂਗ ਭਖ ਰਿਹਾ ਸੀ। ਸਾਧ ਸੰਗਤ ਜੀ, ਮੁੱਛਾਂ ਨੂੰ ਉਤਾਰ ਦਿੰਦਾ ਹੋਇਆ ਤੇ ਸ਼ਮਸ਼ੀਰ ਦੇ ਹੱਥ ਧਰ ਕੇ ਉਸ ਨੂੰ ਜ਼ੋਰ ਦੀ ਹੋਰ ਪਕੜਦਾ ਹੋਇਆ, ਸਾਧ ਸੰਗਤ ਜੋ ਹਿੰਦੂਆਂ ਤੇ ਕਹਿਰ ਗੁਜ਼ਰਦੇ ਸਨ ਉਸ ਨੂੰ ਸੁਣਦੇ, ਜੋ ਬੋਲ ਸਨ ਸਿੱਖ ਉਸ ਨੂੰ ਸੁਣਾ ਰਹੇ ਸਨ, ਉਸ ਦੇ ਸੂਲਾ ਵਾਂਗ ਚੁੱਪ ਰਹੇ ਸਨ। ਇੱਕ ਦਿਨ ਜੰਗਲ ਦੇ ਵਿੱਚ ਰਸਤੇ ਦੇ ਆਉਂਦਿਆਂ ਇਸ ਨੇ ਦੀ ਪ੍ਰੀਖਿਆ ਕਰਨ ਵਾਸਤੇ ਖਰਚ ਮੰਗਿਆ। ਬੰਦੇ ਨੇ ਸਿੰਘਾਂ ਦਾ ਹੱਥ ਦੇ ਕੇ ਉੱਥੇ ਹੀ ਇੱਕ ਕੱਚੇ ਤਲਾਬ ਵਿੱਚ ਡੇਰਾ ਕਰ ਦਿੱਤਾ। ਸਾਧ ਸੰਗਤ ਜੀ, ਕੁਦਰਤ ਨਾਲ ਗੁਰੂ ਦੇ ਪ੍ਰੇਰੇ ਹੋਏ ਲੁਬਾਣੇ ਸਿੱਖਾਂ ਦਾ ਟਾਂਡਾ ਆ ਪਹੁੰਚਿਆ। ਇਕੱਠ ਜੋ ਸੀ ਲੁਬਾਣੇ ਸਿੰਘਾਂ ਦਾ ਉੱਥੇ ਆ ਪਹੁੰਚਿਆ। 500 ਰੁਪਈਆ ਉਹਨਾਂ ਪਾਸ ਗੁਰੂ ਜੀ ਦਾ ਦਿੱਤਾ ਤੇ ਆਪ ਕੁਛ ਨਾ ਰੱਖਿਆ। ਇਹ ਸਾਰਾ ਬੰਦੇ ਨੇ ਸਿੰਘਾਂ ਦੇ ਵਿੱਚ ਵੰਡ ਦਿੱਤਾ ਤੇ ਸਿੱਖਾਂ ਨੇ ਭਰੋਸਾ ਕਰ ਲਿਆ, ਕਿਉਂਕਿ ਪਹਿਲਾਂ ਸਿੰਘਾਂ ਨੂੰ ਭਰੋਸਾ ਨਹੀਂ ਸੀ, ਘੱਟ ਸੀ। ਪਰ ਜਦੋਂ ਇਸ ਨੇ ਆਪਦੇ ਪਾਸ ਕੁਛ ਨਾ ਰੱਖਿਆ, ਸੇਵਾ ਭਾਵਨਾ ਨਾਲ 500 ਰੁਪਈਆ ਸਿੱਖਾਂ ਦੇ ਵਿੱਚ ਵੰਡ ਦਿੱਤਾ ਤੇ ਇਹਦਾ ਭਰੋਸਾ ਇਸ ਤੇ ਬੰਦੇ ਤੇ ਪਰ ਭਰੋਸਾ ਹੋਰ ਹੋ ਗਿਆ। ਅਨੇਕ ਪਿੰਡਾਂ ਨੂੰ ਲੁੱਟਦੇ ਖਸੁੱਟਦੇ ਹੋਏ ਸਾਧ ਸੰਗਤ ਜੀ ਸਿੰਘਾਂ ਸਮੇਤ ਖਰਚ ਮਿਲਣ ਤੇ ਇਹ ਬਾਲ ਬੱਚਿਆਂ ਦੇ ਆਈ ਬੰਦੇ ਨੇ ਵੀ ਗੁਰੂ ਦੇ ਬਚਨ ਅਜਮਾਉਣ ਵਾਸਤੇ ਜੋ ਉਹਨਾਂ ਨੇ ਆਗਿਆ ਕਰੀ ਸੀ ਕਿ ਜਦ ਕੋਈ ਔਕੜ ਬਣੇ ਤਾਂ 5 ਸਿੰਘਾਂ ਤੋਂ ਅਰਦਾਸ ਕਰਾ ਕੇ ਕੰਮ ਕਰਨਾ, ਗੁਰੂ ਸਫਲਾ ਕਰੇਗਾ। ਗੁਰੂ ਸਾਹਿਬ ਜੀ ਨੇ ਬਚਨ ਦਿੱਤੇ ਸਨ ਕਿ ਜੇ ਤੇਰੇ ਤੇ ਕੋਈ ਔਕੜ ਪੈਂਦੀ ਹੈ ਤਾਂ 5 ਸਿੰਘਾਂ ਤੋਂ 5 ਪਿਆਰਿਆਂ ਤੋਂ ਅਰਦਾਸ ਕਰਾ ਕੇ ਕੰਮ ਨੂੰ ਸ਼ੁਰੂ ਕਰਨਾ। ਅਰਦਾਸ ਕਰਨੀ, ਤੇਰੀਆਂ ਔਕੜਾਂ ਦੂਰ ਹੋ ਜਾਇਆ ਕਰਨਗੀਆਂ। ਸੋ ਅਰਦਾਸ ਕਰਾ ਕੇ ਕੰਮ ਕਰਨਾ, ਸਫਲਾ ਹੋਏਗਾ। ਫਿਰ ਖੀਸਾ ਸਾਡਾ ਤੇ ਹੱਥ ਤੁਹਾਡਾ। ਗੁਰੂ ਸਾਹਿਬ ਨੇ ਇਹਨਾਂ ਨੂੰ ਇਹ ਕਿਹਾ ਸੀ ਕਿ ਫਿਰ ਖੀਸਾ ਸਾਡਾ ਤੇ ਹੱਥ ਤੁਹਾਡਾ, ਜਿਤਨਾ ਮਰਜ਼ੀ ਕੱਢੋ ਤੇ ਵਰਤੋ। ਸਾਧ ਸੰਗਤ ਜੀ, ਨੀਤ ਸਾਫ਼ ਹੋਣੀ ਚਾਹੀਦੀ ਹੈ। ਮੁੱਕੇਗਾ ਨਹੀਂ ਇਹੋ ਕੰਮ ਕੀਤਾ। ਅਰਦਾਸਾਂ ਸੋਧ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦੇਗ ਚੜਾਉਣ ਲਈ ਚੁੱਲ੍ਹਾ ਪੁੱਟਣਾ ਲੱਗਾ ਤਾਂ ਅਰਸਫੀਆਂ ਦਾ ਗਾਗਰ ਨਿਕਲ ਆਇਆ, ਜੋ ਸੋਨੇ ਚਾਂਦੀ ਦੀਆਂ ਸਰਫੀਆਂ ਹੁੰਦੀਆਂ ਹੈ। ਸੋ ਉਹਨਾਂ ਦੇ ਗਾਗਰ ਭਰੀ ਹੋਈ ਬਾਹਰ ਨਿਕਲੀ ਤਾਂ ਇਸ ਨੇ ਸਿੰਘਾਂ ਦੇ ਵਿੱਚ ਵੰਡ ਦਿੱਤੀ। ਫਿਰ ਤਾਂ ਸਿੰਘਾਂ ਦਾ ਹੋਰ ਵੀ ਇਸ ਦੇ ਉੱਤੇ ਵਿਸ਼ਵਾਸ ਬਣ ਗਿਆ, ਕੁਰਬਾਨ ਹੋਣ ਨੂੰ ਤਿਆਰ ਹੋ ਗਏ ਸਿੰਘ ਇਸ ਦੇ ਨਾਲ। ਉਸ ਜ਼ਮਾਨੇ ਦੇ ਵਿੱਚ ਬਾਦਸ਼ਾਹੀ ਗਾਦਰ ਬਹੁਤ ਜ਼ਿਆਦਾ ਪਿਆ ਹੋਇਆ ਸੀ। ਇੱਕ ਪਿੰਡ ਦੂਜੇ ਨੂੰ ਸਾਧ ਸੰਗਤ ਜੀ ਲੁੱਟ ਰਹੇ ਸਨ, ਬਹੁਤ ਜ਼ਿਆਦਾ ਲੁੱਟ ਖਸੁੱਟਾਂ ਮੱਚੀਆਂ ਹੋਈਆਂ ਸਨ। ਇੱਕ ਦੂਜੇ ਨੂੰ ਮਾਰ ਕੇ ਧਾੜਵੀ ਲੋਕ ਸਾਹੂਕਾਰਾਂ ਨੂੰ ਲੁੱਟਦੇ ਸਨ। ਅਮਨ ਦੇਣ ਵਾਲਾ ਕੋਈ ਨਹੀਂ ਸੀ।
ਇੱਕ ਦਿਨ ਸਾਧ ਸੰਗਤ ਜੀ ਜਿਸ ਪਾਸੇ ਪਿੰਡ ਆ ਕੇ ਉਤਰੇ, ਲੁੱਟਣ ਵਾਸਤੇ ਹੋਰ ਕੋਈ ਪਿੰਡਾਂ ਦਾ ਧਾੜ ਵੀ ਆ ਰਹੇ ਸਨ। ਪਿੰਡ ਵਾਲੇ ਭਾਜੜਾ ਪਾ ਰਹੇ ਸਨ। ਬਾਬੇ ਬੰਦਾ ਸਿੰਘ ਬਹਾਦਰ ਜੀ ਨੇ ਉਹਨਾਂ ਨੂੰ ਕਿਹਾ, ਭਾਈ ਸਾਹਿਬ ਭਾਜੜਾ ਕਿਉਂ ਪਾ ਰੱਖੀ ਹੈ? ਉਹ ਕਹਿੰਦੇ, ਸਾਡੇ ਵੱਲ ਧਾੜ ਵੀ ਆ ਰਹੇ ਹਨ। ਤਾਂ ਬਾਬਾ ਜੀ ਨੇ ਸਾਧ ਸੰਗਤ ਜੀ ਧੀਰਜ ਦਿੱਤਾ ਕਿ ਮਹਾਂਪੁਰਸ਼ੋ, ਪਿੰਡ ਛੱਡ ਕੇ ਨਾ ਜਾਓ, ਭਾਜੜਾਂ ਦੀ ਲੋੜ ਨਹੀਂ, ਤੁਸੀਂ ਠਹਿਰੋ। ਤੇ ਧੀਰਜ ਦੇਣ ਤੋਂ ਉਪਰੰਤ ਵੀ ਉਹਨਾਂ ਦਾ ਮਨ ਟਿਕਾਣੇ ਨਾ ਆਇਆ। ਫਿਰ ਵੀ ਚਲੋ ਸਮਾਂ ਬੀਤਿਆ, ਜੋ ਧਾੜ ਵੀ ਉਸ ਪਿੰਡ ਦੇ ਵੱਲ ਚੜ੍ਹ ਕੇ ਆਏ ਸਨ ਉਹ ਆ ਪਹੁੰਚੇ। ਬੰਦੇ ਸਿੰਘ ਬਹਾਦਰ ਨੇ ਸਿੱਖਾਂ ਨੂੰ ਵਗਾਰਿਆ ਤੇ ਆਪ ਤੀਰਾਂ ਦੀ ਬਸਾੜ ਐਸੀ ਮਾਰੀ ਕਿ ਕੋਈ ਘੋੜੇ ਤੇ ਜਵਾਨ ਮੈਦਾਨ ਵਿੱਚ ਗਿਰਾਏ ਤੇ ਪਿੱਠ ਦਿਖਾ ਕੇ ਉਹ ਧਾੜ ਵੀ ਸਨ ਜੋ ਉਹ ਮੈਦਾਨ ਛੱਡ ਕੇ ਉੱਥੋਂ ਭੱਜ ਗਏ। ਸਿੰਘਾਂ ਦੀਆਂ ਤਲਵਾਰਾਂ ਖਿੱਚੀਆਂ ਤੇ ਪਿੱਛੇ ਐਸੇ ਪਏ, ਅਨੇਕਾਂ ਨੂੰ ਮਾਰ ਕੇ ਉਹਨਾਂ ਦੇ ਘੋੜੇ ਖੋਹ ਲਿਆਂਦੇ। ਪਰਤਿਆਵੇ ਤੋਂ ਸਿੰਘਾਂ ਨੂੰ ਬੰਦੇ ਪਰ ਪੱਕਾ ਭਰੋਸਾ ਹੋ ਗਿਆ, ਹੁਣ ਅਸੀਂ ਜ਼ਰੂਰ ਫਤਿਹ ਪਾਵਾਂਗੇ। ਸਾਧ ਸੰਗਤ ਜੀ, ਹੁਣ ਜਿਉਂ-ਜਿਉਂ ਪੰਜਾਬ ਬੰਨੀ ਮਾਧੋ ਦਾਸ ਵੈਰਾਗੀ ਜੋ ਬੰਦਾ ਸਿੰਘ ਬਹਾਦਰ ਦੇ ਨਾਮ ਦੇ ਨਾਲ ਹੁਣ ਜਾਣਿਆ ਜਾਣ ਲੱਗਿਆ ਸੀ, ਪੰਜਾਬ ਦੇ ਵੱਲੀ ਵੱਧ ਰਿਹਾ ਸੀ, ਤਿਉਂ-ਤਿਉਂ ਅਨੇਕ ਬਹਾਦਰ ਲੋਕ, ਧਾੜਵੀ ਲੋਕ ਅੱਜ ਮਤਾ ਸਿੰਘਾਂ ਤੋਂ ਸੁਣ ਕੇ ਇਸ ਦੇ ਸਾਥੀ ਬਣ ਗਏ। ਤੇ ਬਾਬੇ ਬੰਦੇ ਸਿੰਘ ਬਹਾਦਰ ਜੀ ਦੇ ਨਿਸ਼ਚੇ ਕਰ ਲੈਤੀ ਸੀ ਕਿ ਅਸੀਂ ਕੌਣ ਤੇ ਸਹਾਇਤਾ ਪਾ ਕੇ ਆਪਣੇ ਵੈਰੀ ਤੋਂ ਵੈਰ ਨਾ ਲਵੇ। ਮੁਸਲਮਾਨਾਂ ਦੇ ਜ਼ੁਲਮ ਹਿੰਦੂ ਨੂੰ ਕੰਡੇ ਵਾਂਗੂ ਰੜਕਦੇ ਸਨ। ਸਾਧ ਸੰਗਤ ਜੀ, ਜੋ ਮੁਸਲਮਾਨ ਹਿੰਦੂਆਂ ਸਿੱਖਾਂ ਦੀਆਂ ਧੀਆਂ ਭੈਣਾਂ ਦੇ ਉੱਪਰ ਜ਼ੁਲਮ ਕਰ ਰਹੇ ਸਨ, ਉਹ ਇਹਨਾਂ ਨੂੰ ਕੰਡਿਆਂ ਵਾਂਗ ਚੁੰਮਦੇ ਸਨ। ਕੋਈ ਕਦੋਂ ਚਾਹੁੰਦਾ ਹੈ ਕਿ ਸਾਡੇ ਜ਼ੁਲਮ ਦਾ ਨਾਸ ਨਾ ਹੋਵੇ, ਸਾਡੀਆਂ ਇੱਜ਼ਤਾਂ ਨੂੰ ਕੋਈ ਹੱਥ ਪਾਉਣ ਵਾਲੇ ਨੂੰ ਖਾਤਮਾ ਕਰਨ ਵਾਲਾ ਆਵੇ, ਤੇ ਉਸ ਦਾ ਸਾਥ ਹਰ ਇੱਕ ਦਿੰਦਾ ਹੈ, ਕਿਉਂਕਿ ਜ਼ੁਲਮ ਦਾ ਨਾਸ ਹਰ ਕੋਈ ਚਾਹੁੰਦਾ ਹੈ। ਸਾਧ ਸੰਗਤ ਜੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਮੁਸਲਮਾਨਾਂ ਦੇ ਇਸ ਜ਼ੁਲਮ ਨੂੰ ਰੋਕਣ ਦੇ ਵਾਸਤੇ ਅੱਗੇ ਵਧ ਰਿਹਾ ਸੀ, ਤਾਂ ਹਿੰਦੂ ਸਿੱਖ ਇਸ ਦੇ ਨਾਲ ਰਲ ਕੇ ਉਸ ਜ਼ੁਲਮ ਦਾ ਖਾਤਮਾ ਕਰਨ ਦੇ ਲਈ ਬਹੁਤ ਅੱਗੇ ਹੋ ਕੇ ਇਸ ਦੇ ਨਾਲ ਲੜਨ ਮਰਨ ਦੀ ਖਾਤਰ ਸਾਹਮਣੇ ਆ ਕੇ ਜੰਗਾਂ ਯੁੱਧਾਂ ਦੀ ਲੀਸ ਦੇ ਨਾਲ ਖੜੇ ਹੋਣ ਲੱਗ ਪਏ। ਇਸ ਦਾ ਜਥਾ ਸੀ ਜੋ ਦਿਨੋਂ ਦਿਨ ਵੱਧਦਾ ਚਲਿਆ ਜਾ ਰਿਹਾ ਸੀ ਤੇ ਬੇਈਮਾਨ ਕੌਮ ਨੂੰ ਘੇਰਨਾ ਕਰਕੇ ਬਦਲਾ ਲੈਣਾ ਚਾਹੁੰਦਾ ਹਰ ਕੋਈ ਸੀ। ਜਦ ਐਸੀ ਛੇੜੀ ਦਾ ਜ਼ਰੂਰ ਹਿੰਦੂਆਂ ਦੇ ਦਿਲ ਦੇ ਵਿੱਚ ਅੱਗ ਭੜਕ ਰਹੀ ਸੀ, ਸੋ ਉਸ ਅੱਗ ਨੂੰ ਹੁਣ ਜੋ ਸਹਾਇਤਾ ਸੀ ਉਹ ਸਾਧ ਸੰਗਤ ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਲ ਰਹੀ ਸੀ। ਸੋ ਅੱਗ ਦੇ ਅੰਗਾਰ ਸੀ ਜੋ ਉਹ ਭਾਂਬੜ ਬਣ ਕੇ ਉੱਭਣ ਲੱਗੇ। ਜਿਨ੍ਹਾਂ ਦੁਸ਼ਟਾਂ ਤੇ ਨੇ ਸਤਵੰਤੀਆਂ ਦੇ 7 ਤੋੜੇ ਸਨ। ਸਾਧ ਸੰਗਤ ਜੀ, ਸਤਵੰਤੀਆਂ ਦੇ 7 ਜਿਨ੍ਹਾਂ ਜ਼ਾਲਮਾਂ ਨੇ ਤੋੜੇ ਸਨ, ਉਹਨਾਂ ਤੋਂ ਬਦਲਾ ਲੈਣ ਲਈ ਹਿੰਦੂ ਭਰਾ ਨਾਲ ਤੁਰ ਪਏ। ਕੁੜੀਆਂ ਮੁੰਡੇ ਫੜ ਕੇ ਸੋਹਣੇ ਜੋ ਇਹਨਾਂ ਨੇ ਗੁਲਾਮ ਬਣਾ ਰੱਖੇ ਸਨ ਹਿੰਦੂਆਂ ਦੇ, ਭੇਡਾਂ ਬੱਕਰੀਆਂ ਦੀ ਤਰ੍ਹਾਂ ਕੋਹਿਆ ਜਾ ਰਿਹਾ ਸੀ। ਬੜੇ ਜੀਵੇ ਹਿੰਦੂਆਂ ਪਰ ਲਾ ਰੱਖੇ ਸਨ। ਸਵਾਦਲੀ ਚੀਜ਼ ਖਾਣੀ ਨਹੀਂ ਸੀ ਮਿਲਦੀ। ਜਿਨ੍ਹਾਂ ਦੇ ਲਹੂ ਨਾਲ ਤੁਰਕ ਨਹਾ ਰਹੇ ਸਨ ਕਿ ਉਹ ਬਹਾਦਰ ਹਿੰਦੂ ਦੇ ਮਨ ਦੇ ਵਿੱਚ ਜ਼ਹਿਰ ਨਹੀਂ ਘੋਲਦੇ ਹੋਣਗੇ ਮੁਸਲਮਾਨਾਂ ਦੇ ਪ੍ਰਤੀ, ਕਿ ਉਹ ਆਪਣਾ ਬਦਲਾ ਨਹੀਂ ਸੀ ਲੈਣਾ ਚਾਹੁੰਦੇ। ਉਹ ਲੈਣਾ ਚਾਹੁੰਦੇ ਸਨ, ਪਰ ਉਹਨਾਂ ਨੂੰ ਕੋਈ ਆਗੂ ਨਹੀਂ ਸੀ ਮਿਲ ਰਿਹਾ। ਜੋ ਹੁਣ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਆਗੂ ਬਣ ਕੇ ਆਇਆ ਤੇ ਉਹ ਮੁਸਲਮਾਨਾਂ ਦੀਆਂ ਜੜ੍ਹਾਂ ਪੁੱਟਣ ਦੇ ਲਈ ਮੌਕਾ ਪਾ ਕੇ ਬਾਬਾ ਜੀ ਦੇ ਨਾਲ ਰਲ ਕੇ ਆਪਣੇ ਹੱਥ ਦਿਖਾਉਣ ਲੱਗ ਪਏ। ਮੁਸਲਮਾਨਾਂ ਨੇ ਟੋਕੜੇ ਤੋਂ ਲਾਚਾਰ ਕਰ ਛੱਡੇ ਇਹ ਹਿੰਦੂ। ਸਾਧ ਸੰਗਤ ਜੀ, ਹੁਣ ਬਾਬਾ ਬੰਦਾ ਸਿੰਘ ਜੀ ਦੇ ਆਉਣ 'ਤੇ ਕੁਛ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਲੱਗ ਪਏ ਸਨ। ਜੋ ਇਹਨਾਂ ਦੇ ਬੱਚਿਆਂ ਨੂੰ ਕੁੱਤਿਆਂ ਵਾਂਗੂ
ਰੱਖਦੇ ਸਨ ਤੇ ਇਹਨਾਂ ਦੇ ਬੱਚਿਆਂ ਨੂੰ ਮਾਰ ਕੇ ਕੁੱਤਿਆਂ ਨੂੰ ਖਵਾ ਦਿਆ ਕਰਦੇ ਸਨ। ਇਹਨਾਂ ਹਿੰਦੂਆਂ ਦੇ ਘਰਾਂ ਦੇ ਵਿੱਚ ਆਰਤੀ ਵਗੈਰਾ ਨਹੀਂ ਸੀ ਕਰਨ ਦਿੰਦੇ ਤੇ ਹਾਕਮ ਸੀ ਜੋ ਇਹਨਾਂ ਦੇ ਘਰਾਂ ਦੇ ਵਿੱਚੋਂ ਸੋਹਣੀਆਂ ਬਹੂਆਂ ਬੇਟੀਆਂ ਨੂੰ ਲੁੱਟ ਕੇ ਲੈ ਜਾਇਆ ਕਰਦੇ ਸਨ। ਜਦੋਂ ਪ੍ਰੇਮ ਨਾਲ ਮਿਲਾਈ ਜਾਂਦਾ ਬਾਬਾ ਬੰਦਾ ਬਹਾਦਰ ਨਰੰਗੇ ਦੇ ਮਰਨੇ ਕਾਰਨ ਉਸਦੇ ਪੁੱਤਰਾਂ ਵਿੱਚ ਲੜਾਈ ਤੇ ਵੈਰ ਵੱਧ ਗਿਆ ਸੀ। ਮੁਲਕ ਵਿੱਚ ਰਾਜ ਰੌਲਾ ਪੈਣ ਕਰਕੇ ਹਾਕਮ ਆਪਣੇ ਟਿਕਾਣੇ ਕੇਵਲ ਆਪਣੀ ਜਾਨ ਮਾਲ ਕਰਕੇ ਰੁਕੇ ਹੋਏ ਸਨ। ਇੱਕ ਤਾਂ ਇਸ ਭਾਂਤ ਵੀ ਬੰਦੋਬਸਤ ਟੁੱਟ ਰਿਹਾ ਸੀ, ਦੂਸਰੇ ਪਾਸੇ ਬੰਦੇ ਦੀਆਂ ਕਰਾਮਾਤਾਂ ਸੁਣ ਕੇ ਸਾਧ ਸੰਗਤ ਜੀ ਜੋ ਬਾਬਾ ਬੰਦਾ ਸਿੰਘ ਬਹਾਦਰ ਸਨ ਉਹਨਾਂ ਦੀ ਲੜਾਈ ਝਗੜੇ ਜੋ ਮੁਸਲਮਾਨਾਂ 'ਤੇ ਹਮਲਾ ਕਰ ਰਹੇ ਸਨ, ਲੁੱਟ ਖਸੁੱਟ ਕਰ ਰਹੇ ਸਨ, ਉਹਨਾਂ ਨੂੰ ਵਿਪਤਾ ਪੈ ਰਹੀ ਸੀ। ਹੁਣ ਇਹ ਵੀ ਲੁੱਟਦੇ ਖਸੁੱਟਦੇ ਹੋਏ ਜਦ ਮਾਥਰਾ ਦੇ ਇਲਾਕੇ ਆ ਕੇ ਪਿੰਡ ਉਤਰੇ, ਅੱਗੇ ਉਹ ਵਿਆਕੁਲ ਹੋਏ ਉਜੜੇ ਜਾ ਰਹੇ ਸਨ। ਇਹਨਾਂ ਨੇ ਉਹਨਾਂ ਨੂੰ ਦੁਖੀਏ ਦੇ ਕੇ ਧੀਰਜ ਦਿੱਤਾ ਅਤੇ ਸਹਾਇਤਾ ਕਰਨ ਦਾ ਵਾਅਦਾ ਕੀਤਾ। ਧੀਰਜੀ ਨਾ ਹੋਏ ਪਰ ਧਰਵਾਸ ਇਹਨਾਂ ਦਾ ਉਹਨਾਂ ਨੂੰ ਹੋ ਗਿਆ। ਉਦੋਂ ਨੂੰ ਸਾਂਝ ਪਈ, ਇੱਕ ਵੱਡਾ ਭਾਰੀ ਲਸ਼ਕਰ ਲੁਟੇਰਿਆਂ ਦਾ ਆ ਪਹੁੰਚਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਨੂੰ ਸਾਥ ਲੈ ਕੇ ਅੱਗੋਂ ਹੋ ਕੇ ਤੀਰਾਂ ਬੰਦੂਕਾਂ ਦੀ ਐਸੀ ਝਾੜ ਪਾਈ ਕਿ ਸਾਰੇ ਮਾਰੇ ਗਏ, ਬਾਕੀ ਦੇ ਨੱਸ ਗਏ। ਸੱਚ ਹੈ, ਲੈਣੇ ਦੇ ਦੇਣੇ ਉਹਨਾਂ ਨੂੰ ਪੈ ਗਏ। ਸਿੰਘਾਂ ਨੇ ਘੋੜੇ ਸਾਂਭ ਲਏ, ਫਿਰ ਤਾਂ ਸਾਰਾ ਪਿੰਡ ਬੰਦੇ ਦਾ ਸੇਵਕ ਬਣ ਗਿਆ ਅਤੇ ਕਈ ਦਿਨ ਇਹਨਾਂ ਨੂੰ ਠਹਿਰਾ ਕੇ ਸੇਵਾ ਕੀਤੀ। ਛੇਲੇ ਤਲਵਾਰ ਤੋੜੇ ਦਾਰਾਂ ਦੇ ਛਵੀਆਂ ਲੈ ਕੇ ਸਾਥ ਬੰਦੇ ਦੇ ਹੋ ਗਏ। ਸਾਧ ਸੰਗਤ ਜੀ ਬੰਦੇ ਦੇ ਸਭ ਸੰਗੀ ਬਣ ਗਏ। ਸ਼ਿਕਾਰ ਕਰਦੇ ਹੋਏ ਪ੍ਰਗ ਨੇ ਖਰਖੋੜ ਸ਼ਹਿਰ ਖੰਡੇ ਪਿੰਡ ਦਿੱਲੀ ਤੋਂ 20 ਮੀਲ ਬੰਦੇ ਨੇ ਆ ਕੇ ਡੇਰਾ ਜਮਾਇਆ। ਸਾਧ ਸੰਗਤ ਜੀ ਬਾਬਾ ਵਿਨੋਦ ਸਿੰਘ ਜੀ, ਬਾਬਾ ਕਾਹਨ ਸਿੰਘ ਜੀ ਭੱਲਾ, ਭਾਈ ਬਾਜ ਸਿੰਘ, ਰਾਮ ਸਿੰਘ ਜ਼ਿਮੀਂਦਾਰ, ਮੀਰਪੁਰ ਪੱਟੀ ਦੇ ਰਹਿਣ ਵਾਲੇ, ਮਝੈਲ, ਤਖਤਾ ਸਿੰਘ, ਬਖਤਾ ਸਿੰਘ, ਸਾਧ ਸਿੰਘ, ਬਹੁਤ ਸਾਰੇ ਹੋਰ ਮਲਵਈ ਸਿੱਖ ਗੁਰਮਤਾ ਕਰਕੇ ਬਾਬੇ ਦੇ ਮਾਝੇ ਵਾਲੇ ਦੁਆਬੇ ਦੜਪ ਮਾਲਵੇ ਦੇ ਦੇਸ਼ ਵਿੱਚ ਚਿੱਠੀਆਂ ਹੁਕਮਨਾਮੇ ਸਿੱਖਾਂ ਨੂੰ ਭੇਜ ਦਿੱਤੇ, ਜਿਸ ਦੇ ਵਿੱਚ ਲਿਖਿਆ ਸੀ, ਲਿਖੇ ਪੱਤਰ ਸਿੰਘਨ ਕੋ ਬੰਦੇ, ਸ਼ਹਿਰ ਖੰਡਿਓ ਬੈਠ ਸੁਹੰਦੇ, ਪਹਿਲੇ ਮਾਨੋ ਫਤਿਹ ਵਿਸ਼ੇਸ਼, ਫੇਰ ਪੜਿਓ ਪੱਤਰ ਭਲ ਈਸ, ਗੁਰ ਸਿੱਖ ਆਵੋ ਦੇਰ ਨਾ ਲਾਵੋ, ਤੁਰਕਣ ਕੀ ਜੜ ਮੂਲ ਉਠਾਵੋ, ਮੈਨੂੰ ਭੇਜੋ ਕਾਰਜੇਸ, ਜਗਤ ਗੁਰੂ ਸਾਹਿਬ ਦਸਮੇਸ਼, ਸਾਹਿਬ ਜਾਂਦਿਓ ਕਾਲੇ ਹੋ ਬੈਰ, ਸਾਹਿਬ ਜਾਂਦਿਓ ਕਾਲੇ ਹੋ ਬੈਰ, ਹਤੋ ਵਜੀਤੇ ਕੋ ਕਰ ਜੈਰ, ਫਿਰ ਗਰੀਸ਼ਨ ਕੋ ਮੈਂ ਜੀਤ, ਰਾਜ ਸਿੰਘਨ ਕਾ ਠੰਟੋ ਪੀਤ, ਹਾਲ ਕਰੋ ਵੈਰਨ ਕਾ ਮੰਦਾ, ਤਵੈ ਪਛਾਨਿਓ ਮੋਹੇ ਗੁਰ ਕਾ ਬੰਦਾ, इसमें जरा कोर ना वह, मिलो आए हम संग ऐठै, इतक वार्ता सिख के बंदे, और हुक्म नामे गुर संदे, जो न देड़ तो वे गुर दिए, सो सब तब रवाने किए, देश देश पिंड सो गए, गुर के सिखो ने मन लए, भई ਤਿਆਰ ਆਵਣ ਕੇ ਤਾਈ, ਲਏ ਸੰਭਾਲ ਹਥਿਆਰ ਤਦਾਈ, ਗਊ ਭੈਂਸ ਕਰ ਵੇਚ ਜ਼ਮੀਨ, ਬਹੁ ਸਿੰਘੋਂ ਨੇ ਘੋੜੇ ਲੀਨ, ਬੰਦੇ ਕੀ ਦਿਸ ਜਬ ਮਿਲ ਚਾਲੇ, ਤੁਰਕਣ ਵਾਇਓ ਖਬਰ ਬਸਾਲੇ, ਪਾਤਨ ਰੋਕ ਲਏ ਦਰਿਆਵਨ, ਸੜਕਾਂ ਭਰ ਵੀ ਮਿਲੇ ਨ ਜਾਵਨ, तब माझे ते सिंघन ऐस, करो विचार जाओ हम कैस, सिर की रात बराते मिल कै, गए पहाड़न की इस हिल कै,
ਲੁਕ ਛਿਪਕੈ ਸੋ ਪੁਰ ਆਨੰਦ, ਪਹੁੰਚੇ ਕੀਰਤ ਪੁਰੈ ਸੁਚੰਦ। ਸਾਧ ਸੰਗਤ ਜੀ, ਬੰਦੇ ਬਹਾਦਰ ਦੇ ਹੁਕਮ ਨੂੰ ਸੁਣਦਿਆਂ, ਉਸ ਦੀਆਂ ਬੇਨਤੀਆਂ ਨੂੰ ਸੁਣਦਿਆਂ, ਆਉਂਦਿਆਂ ਹੀ ਮਾਲਵੇ ਦੇ ਸਿੱਧਕੀ ਸਿੱਖ ਘੋੜੇ ਹਥਿਆਰ ਅਤੇ ਆਪਣੇ ਨਾਲ ਆਪਣਾ ਖਰਚ ਲੈ ਕੇ ਬੰਦੇ ਦੀ ਤਰਫ ਨੂੰ ਚੱਲ ਪਏ। ਸਾਧ ਸੰਗਤ ਜੀ, ਸਭ ਤੋਂ ਪਹਿਲੇ ਭਾਈ ਜਗ ਭਗਤੂ ਦਾ ਪੋਤਾ ਫਤਿਹ ਸਿੰਘ 20 ਸਵਾਰ ਆਪਣੇ ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵੱਲ ਨੂੰ ਚੱਲਿਆ। ਸਾਧ ਸੰਗਤ ਜੀ, ਭਾਈ ਰੂਪੇ ਕੇ ਪੋਤਰੇ ਕਰਮ ਸਿੰਘ ਧਰਮ ਸਿੰਘ ਵੀ ਆਪਣੇ ਸਾਥੀਆਂ ਦੇ ਸਮੇਤ ਜਾ ਪਹੁੰਚੇ। ਫੂਲ ਕੇ ਰਾਮ ਸਿੰਘ, ਤੋਰਕ ਸਿੰਘ, ਤਲੋਕ ਸਿੰਘ ਭਾਵੇਂ ਆਪ ਤਾਂ ਨਾ ਗਏ, ਪਰ ਆਪਣੇ ਆਦਮੀ ਨੌਕਰ ਰੱਖ ਕੇ ਕੁਛ ਸਾਧ ਸੰਬੰਧੀ ਖਰਚ ਦੇ ਕੇ ਤੋਰ ਦਿੱਤੇ, ਕਿਉਂਕਿ ਸਭ ਤੋਂ ਵੱਡੇ ਚੌਧਰੀ ਫੂਲ ਦੀ ਸੰਤਾਨ ਮਸ਼ਹੂਰ ਸ਼ਾਹੀ ਦਰਬਾਰ ਵਿੱਚ ਮੰਨੇ ਜਾਂਦੇ ਹੋਏ ਇੱਜ਼ਤ ਵਾਲੇ ਸਨ। ਇਹੋ ਜਿਹੇ ਰਾਜ ਰੌਲੇ ਵਿੱਚ ਐਸੀ ਹਨੇਰੀ ਦੇ ਵੱਡੇ ਬ੍ਰਿਸ਼ਾਂ ਨੂੰ ਤੋੜਨ ਵਾਂਗੂ ਜਿੱਦਾਂ ਨੁਕਸਾਨ ਵੱਡੇ ਵੱਡੇ ਆਦਮੀਆਂ ਨੂੰ ਹੁੰਦਾ ਸੀ, ਹੋਰਨਾਂ ਨੂੰ ਹੀ ਨਹੀਂ ਹੁੰਦਾ। ਲਾਭ ਵੀ ਵੱਡੇ ਹੀ ਉਠਾਉਂਦੇ ਹਨ ਅਤੇ ਨੁਕਸਾਨ ਵੀ ਵੱਡੇ ਹੀ ਉਠਾਉਂਦੇ ਹਨ। ਸਾਧ ਸੰਗਤ ਜੀ, ਰਾਮ ਸਿੰਘ, ਤਲੋਕ ਸਿੰਘ ਸੋਚਦੇ ਹਨ ਕਿ ਜੇ ਕਦੇ ਇਹ ਪ੍ਰਸਾਰਥ ਸਿੰਘਾਂ ਨੂੰ ਪੁੱਠਾ ਪੈ ਗਿਆ ਤਾਂ ਹੋਰਨਾਂ ਦਾ ਤਾਂ ਕੁਝ ਨਹੀਂ ਪੁੱਛਣਾ, ਬਹੁਤਾ ਹੋ ਤਾਂ ਬਸੋਦਾ ਪਿੰਡ ਛੱਡ ਕੇ ਦੂਜੇ ਕਿਲੇ ਵਿੱਚ ਹੋਰ ਪਿੰਡ ਜਾ ਬੈਠਣਗੇ। ਸਾਡੇ ਪੀੜ੍ਹੀਆਂ ਦੀ ਚੌਧਰ ਦਾ ਇੱਕ ਮਨ ਬੜਾਈ ਸਭ ਜਾਂਦੀ ਹੋਈ। ਇਸ ਕਰਕੇ ਇਹ ਦੋਵੇਂ ਭਾਈ ਨਾ ਗਏ। ਤਦੋਂ ਹੋਰ ਵੀ ਜਿਤਨੇ ਸਿੱਖ ਇਸ ਧਰਮ ਯੁੱਧ ਦੇ ਵਿੱਚ ਆਏ ਸਨ, ਉਹਨਾਂ ਵਿੱਚੋਂ ਐਸੀ ਦਲੀਲ ਪੱਕੀ ਕਿਸੇ ਕਿਸੇ ਦੀ ਸੀ ਕਿ ਅਸੀਂ ਧਰਮ ਜੰਗ ਦੇ ਵਿੱਚ ਵੈਰੀਆਂ ਨੂੰ ਮਾਰ ਕੇ ਸ਼ਹੀਦ ਹੋਣਾ ਆ। ਲੁੱਟ ਦਾ ਧਨ ਲੈਣਾ ਸਭ ਚਾਹੁੰਦੇ ਸਨ। ਦੌਲਤ ਵਾਸਤੇ ਹੀ ਮਹਾਰਾਜ ਕੇ ਬਹੁਤ ਆਦਮੀ ਆਏ ਸਨ। ਸਾਧ ਸੰਗਤ ਜੀ, ਤਾਂ ਵੀ ਮਾਲਵੇ ਦੇ ਨਾਮੀ ਧਾੜਵੀ ਬਹਾਦਰ ਬਹੁਤ ਲੋਕ ਬੰਦੇ ਪਾਸ ਆ ਪਹੁੰਚੇ। ਇੱਕ ਕੋਟਕਪੂਰੇ ਵਾਲਾ ਕਪੂਰਾ ਨਹੀਂ ਆਇਆ ਸੀ, ਉਸਨੇ ਤਾਂ ਗੁਰੂ ਜੀ ਨੂੰ ਵੀ ਮੰਗੀ ਗੜੀ ਨਹੀਂ ਸੀ ਦਿੱਤੀ, ਉਹ ਕਿੱਕੂ ਆਉਂਦਾ। ਦੂਸਰਾ ਕਪੂਰੇ ਨੂੰ ਆਪਣੇ ਗਵਾਂਢੀ ਦੁਸ਼ਮਣ ਈਸੇ ਖਾਂ ਦਾ ਵੀ ਬਹੁਤ ਡਰ ਰਹਿੰਦਾ ਸੀ, ਹਮੇਸ਼ਾ ਇਸ ਨਾਲ ਲੜਦਾ ਰਹਿੰਦਾ ਸੀ। ਤੀਸਰੇ ਉਸਨੂੰ ਸਿੰਘਾਂ ਦੀ ਇੱਜ਼ਤ ਹੋਣ ਦਾ ਵੀ ਪੱਕਾ ਭਰੋਸਾ ਨਹੀਂ ਸੀ ਕਿ ਜਿੱਤ ਵੀ ਜਾਣਗੇ ਜਾਂ ਨਾ। ਇਸ ਕਰਕੇ ਉਹ ਬੈਰਾੜ ਸੈਂਕੜੇ ਆ ਗਏ ਜਿਨ੍ਹਾਂ ਨੂੰ ਭਰੋਸਾ ਸੀ। ਆਲਾ ਸਿੰਘ, ਹਮੀਰ ਸਿੰਘ, ਗੁਰਦਿੱਤ ਸਿੰਘ, ਸੁਖਚੈਨ ਸਿੰਘ ਵਗੈਰੇ ਨਾਮੀ ਲੋਕਾਂ ਨੇ ਵੀ ਆਪਣੇ ਆਦਮੀ ਨੌਕਰ ਭੇਜ ਕੇ ਮਨ ਤਨ ਧਨ ਕਰਕੇ ਬਹੁਤ ਸੇਵਾ ਸਹਾਇਤਾ ਕੀਤੀ। ਸਾਧ ਸੰਗਤ ਜੀ, ਆਪ ਤਾਂ ਨਾ ਗਏ, ਇਸ ਮੁਲਕ ਦੇ ਮੁਖੀਏ ਚੌਧਰੀ ਇੱਜ਼ਤ ਵਾਲੇ ਸੀ। ਇਸੇ ਭਾਂਤ ਭਾਈ ਵਹਿਲੋ ਦੇ ਦੇਸ ਰਾਜ ਵਰਗੇ ਗਰੇਵਾਲ, ਢਾਲੀਵਾਲ, ਚਹਿਲ, ਭੁੱਲਰ, ਮਾਹਿਲ, ਬੈਰਾੜ, ਸੂਰਾ ਵੀਰ ਜੋ ਬੜੇ ਮਸ਼ਹੂਰ ਧਾੜਵੀ ਸੀ, ਅਨੇਕਾਂ ਨੂੰ ਲੈ ਕੇ ਚਲੇ ਆਏ। ਜੌਨ ਸਿੰਘ, ਰੰਧਾਵਾ, ਨਗਾਹਾ ਸਿੰਘ, ਚੂੜੀ ਸਿੰਘ, ਦੁਲਟ, ਗਰਜ ਕੀ ਜੋ ਬਹਾਦਰ ਆਦਮੀ ਮਾਲਵੇ ਦੇ ਸਨ, ਸਭੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਾਸ ਆ ਪਹੁੰਚੇ। ਇੱਕ ਤਾਕੜੀ ਫੌਜ ਸਿੰਘਾਂ ਦੀ ਤਿਆਰ ਹੋ ਗਈ, ਜਥਾ ਤਿਆਰ ਹੋ ਗਿਆ। ਸਾਧ ਸੰਗਤ ਜੀ, ਮੁਸਲਮਾਨਾਂ ਨੂੰ ਜੋ ਮੁਗਲ ਦੀਆਂ ਫੌਜਾਂ ਸਨ, ਚੌਧਰੀ ਸਨ, ਉਹਨਾਂ ਨੂੰ ਇਸ ਗੱਲ ਦੀ ਭਿਣਕ ਪੈਣ ਲੱਗ ਪਈ ਸੀ। ਅਤੇ ਉਸੇ ਸਮੇਂ ਭਾਈ ਅਲੀ ਸਿੰਘ ਜੀ, ਮਾਲੀ ਸਿੰਘ, ਗੁਰਦਿਆਲ ਸਿੰਘ, ਸੂਬਾ ਸਿੰਘ ਆਦਿਕ ਮਾਨਸਾਹੀਏ ਜ਼ਿਮੀਂਦਾਰ ਜੋ ਸੂਬੇ ਸਰਹੰਦ ਦੇ ਪਾਸ ਨੌਕਰ ਸੀ, ਜਿਨ੍ਹਾਂ ਦੀ ਸੰਤਾਨ ਹੁਣ ਪ੍ਰਗਨੇ ਖੰਨੇ ਸਲੌਂਦੀ ਪਿੰਡ ਦੇ ਵਿੱਚ ਹੈ। ਜਦ ਉਹ ਬੰਦੇ ਦੀਆਂ ਬਾਤਾਂ ਕਰਦੇ ਤਾਂ ਵਜੀਦ ਖਾਂ ਨੇ ਸੁਣੇ ਤਾਂ ਆਖਿਆ, ਹੁਣ ਤੁਮਾਰਾ ਗੁਰੂ ਇੱਕ ਬੰਦਾ ਨਾਮ 10ਵੇਂ ਗੁਰੂ ਦੇ ਪੁੱਤਰਾਂ ਦਾ ਵੈਰ ਲੈਣ ਆਇਆ ਹੈ। ਅਸਾਂ ਉਸ ਨੂੰ ਤਾਂ ਦੇਸ਼ੋਂ ਕੱਢਿਆ ਹੈ, ਇਸ ਨੂੰ ਦੀਨ ਦੁਨੀਆ 'ਚੋਂ ਕੱਢ ਦਿਆਂਗੇ। ਤੁਸੀਂ ਜਾਣਾ ਹੈ ਤਾਂ ਜਾਓ ਅਤੇ ਉਸ ਨੂੰ ਲੈ ਆਓ। ਸਿੰਘਾਂ ਨੇ ਆਖਿਆ, ਸਾਡੀ ਤਨਖਾਹ ਮਿਲ ਜਾਵੇ। ਨੇ ਉਲਟਾ ਦੈਂਤ ਇਹਨਾਂ ਨੂੰ ਕੈਦ ਕਰਕੇ ਸਿੱਖਾਂ ਨੇ ਮੰਨਤ ਕੀਤੀ ਕਿ ਜੇ ਤੂੰ ਗੁਰੂ ਕਾ ਬੰਦਾ ਸੱਚਾ ਹੈ ਤਾਂ ਸਾਨੂੰ ਇੱਥੋਂ ਕੱਢ ਲੈ। ਲਿਖਿਆ ਹੈ
ਸਾਧ ਸੰਗਤ ਜੀ ਬਹੁਤ ਸਾਰੀਆਂ ਇਤਿਹਾਸਕ ਬੁੱਕਾਂ ਦੇ ਵਿੱਚ ਪੜ੍ਹਿਆ। ਕਹਿੰਦੇ ਹਨ ਕਿ ਜਦੋਂ ਇਹਨਾਂ ਨੇ ਇਹ ਅਰਦਾਸ ਬੇਨਤੀ ਕੀਤੀ ਕਿ ਜੇ ਤੂੰ ਗੁਰੂ ਦਾ ਸੱਚਾ ਬੰਦਾ ਹੈ ਤਾਂ ਸਾਨੂੰ ਇੱਥੋਂ ਕੱਢ ਲੈ, ਤਾਂ ਇਹਨਾਂ ਦੀਆਂ ਬੇੜੀਆਂ ਨੇ ਜਿਹੜੀਆਂ ਉਹ ਵਕਤ ਝੜ ਗਈਆਂ ਅਤੇ ਪਹਿਰੇਦਾਰ ਜੋ ਦਰਵਾਜ਼ੇ 'ਤੇ ਪਏ ਸਨ, ਦਰਵਾਜ਼ੇ ਖੁੱਲ੍ਹੇ ਸਨ, ਸੌਂ ਗਏ ਸਨ ਅਤੇ ਇਹ ਉਸ ਕੈਦ ਦੇ ਵਿੱਚੋਂ ਨਿਕਲ ਕੇ ਬੰਦਾ ਸਿੰਘ ਬਹਾਦਰ ਜੀ ਨੂੰ ਆ ਮਿਲੇ। ਜ਼ਾਹਿਰਾ ਪੀਰ ਵੀ ਸਮਝਣ ਲੱਗ ਪਏ। ਉਸ ਸਮੇਂ ਸਰਕਾਰੀ ਬੰਦੋਬਸਤ ਜੇਲ੍ਹ ਖਾਨੇ ਦਾ ਹੁਣ ਜਿਹਾ ਨਹੀਂ ਸੀ ਹੁੰਦਾ। ਦਰੋਗੇ ਨਾਲ ਮਿਲ ਕੇ ਕੁਛ ਦੇਖ ਲੈ ਕੇ ਬੇੜੀਆਂ ਕੱਟ ਕੇ ਨਿਕਲ ਜਾਇਆ ਕਰਦੇ ਸਨ, ਬਲਕਿ ਹੁਣ ਵੀ ਨਿਕਲ ਜਾਂਦੇ ਹਨ। ਅੱਜ ਕੱਲ੍ਹ ਵੀ ਸਾਧ ਸੰਗਤ ਚੱਲ ਰਿਹਾ ਹੈ, ਆਪਾਂ ਨੂੰ ਸਭ ਪਤਾ ਹੈ, ਜਾਣੀ ਜਾਣਾ ਕੀ ਹੋ ਰਿਹਾ ਹੈ। ਕੁਛ ਰੁਪਈਆਂ ਪਿੱਛੇ ਸਾਡੇ ਸੜੀਏ ਹੋ ਜਾਂਦੇ ਆ। ਉਸ ਸਮੇਂ ਵੀ ਇਹ ਚੱਲਦਾ ਸੀ। ਇਹਨਾਂ ਨੇ ਉੱਥੋਂ ਨਿਕਲ ਕੇ ਜਦੋਂ ਜੰਗਲਾਂ ਦੇ ਵਿੱਚ ਦੀ ਹੁੰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਵੱਲ ਨੂੰ ਚੱਲ ਪਏ ਅਤੇ ਉੱਧਰੋਂ ਵਜ਼ੀਰ ਖਾਂ ਨੂੰ ਪਤਾ ਲੱਗਿਆ ਅਤੇ ਉਸਨੇ ਅਸਵਾਰ ਇਹਨਾਂ ਦੇ ਪਿੱਛੇ ਦੌੜਾ ਦਿੱਤੇ। ਉਹ ਸਿੰਘ ਦੂਰ ਨਿਕਲ ਗਏ ਸਨ, ਹੱਥ ਨਾ ਆਏ ਅਤੇ ਉਹ ਕਰਾਮਾਤ ਮੰਨ ਕੇ ਉਹ ਸਿੱਖ ਪਹਿਲੇ ਬੰਦੇ ਹੀ ਹੋਏ ਹਨ। ਤਾਂ ਹੀ ਉਹਨਾਂ ਦੀ ਸੰਤਾਨ ਹੁਣ ਤੱਕ ਬੰਦੇ ਨੂੰ ਮੰਨਦੀ ਹੈ। ਜਦ 400 ਸਿੰਘ ਸੂਰਬੀਰ ਬੰਦੇ ਪਾਸ ਵਾਂਗਰ ਦੇਸ਼ ਦੇ ਵਿੱਚ ਜਾ ਇਕੱਠਾ ਹੋਇਆ ਤਾਂ ਬੰਦੇ ਸਿੰਘ ਨੇ ਸਾਹਿਬ ਦਾ ਵੀ ਹੌਸਲਾ ਵੱਧ ਗਿਆ। ਉਸੇ ਸਮੇਂ ਉਸ ਦੇਸ਼ ਦੇ ਸਭ ਧਾੜਵੀਆਂ ਨੂੰ ਖਬਰਾਂ ਕਰ ਦਿੱਤੀਆਂ, ਜਿਸ ਦੇ ਸਾਹਮਣੇ ਇਹ ਖਬਰ ਗਈ ਕਿ ਸਮਾਣੇ ਨੂੰ ਲੁੱਟਣਾ ਹੋਵੇ ਸੋ ਫੱਗਣਵਦੀ ਪੰਚਮੀ ਨੂੰ ਉੱਥੇ ਪਹੁੰਚ ਜਾਵੇ। ਇਹ ਆਵਾਜ਼ ਦੇ ਕੇ ਬੰਦਾ ਸਿੰਘ ਬਹਾਦਰ ਉੱਥੋਂ ਚੜ੍ਹ ਕੇ ਰਸਤੇ ਦੇ ਵਿੱਚ ਮੁਸਲਮਾਨਾਂ ਦੇ ਅਨੇਕ ਪਿੰਡਾਂ ਨੂੰ ਲੁੱਟਦਾ ਹੋਇਆ ਕੈਂਥਲ ਦੇ ਪਾਸ ਆ ਪਹੁੰਚਿਆ। ਖਬਰ ਲੱਗੀ ਕਿ ਬਾਦਸ਼ਾਹੀ ਖਜ਼ਾਨਾ ਮਾਲਵੇ ਦੇਸ਼ ਦਾ ਉਗਰਾਹੀ ਹੋ ਕਰਕੇ ਦਿੱਲੀ ਵੱਲ ਨੂੰ ਜਾ ਰਿਹਾ ਹੈ। ਸਾਧ ਸੰਗਤ ਜੀ, ਅੱਜ ਬਹੂਨੇ ਪਿੰਡ ਠਹਿਰੇਗਾ ਤਾਂ ਉਸ ਸਮੇਂ ਸਿੰਘਾਂ ਨੇ ਘੋੜਿਆਂ ਦੀਆਂ ਵਾਂਗਾਂ ਫੜ ਲਈਆਂ, ਖਜ਼ਾਨੇ ਉੱਤੇ ਛਾਪਾ ਮਾਰ ਕੇ ਰਖਵਾਲੇ ਵੱਢ ਟੁੱਟ ਕੇ ਭਜਾ ਦਿੱਤੇ, ਖਜ਼ਾਨਾ ਲੁੱਟ ਲਿਆ। ਬੰਦੇ ਨੇ ਉਹ ਖਜ਼ਾਨਾ ਜਦੋਂ ਖੋਲ੍ਹਿਆ ਤਾਂ ਸਾਰਾ ਸਿੰਘਾਂ ਦੇ ਵਿੱਚ ਵਰਤਾ ਦਿੱਤਾ, ਆਪਣੇ ਪਾਸ ਕੁਛ ਵੀ ਨਾ ਰੱਖਿਆ। ਇਸ ਗੱਲੋਂ ਸਿੱਖ ਤੇ ਧਾੜਵੀ ਖੁਸ਼ ਹੋ ਕੇ ਮਰਨ ਮਾਰਨ ਨੂੰ ਤਿਆਰ ਹੋ ਬੈਠੇ। ਸਾਗਨ ਚੰਗਾ ਹੋਇਆ, ਪਹਿਲੀ ਫਤਿਹ ਪਾਈ, ਸਿੰਘਾਂ ਦੇ ਦਿਲ ਵੱਧ ਗਏ, ਹੌਸਲੇ ਬੁਲੰਦ ਹੋ ਗਏ। ਸਾਧ ਸੰਗਤ ਜੀ, ਕੈਂਥਲ ਦੇ ਹਾਕਮ ਨੇ ਪਿੱਛਾ ਤਾਂ ਕੀਤਾ ਪਰ ਉਸ ਦੀ ਪੇਸ਼ ਨਾ ਗਈ, ਸਗੋਂ ਕਈ ਘੋੜੇ ਤੇ ਆਦਮੀ ਦੇ ਆਇਆ। ਉਸੇ ਸਮੇਂ ਕੈਂਥਲ, ਸੁਨਾਮ, ਹਿਸਾਰ, ਸਾਹਾਬਾਦ ਆਦਿ ਨਗਰਾਂ ਦੇ ਵਿੱਚ ਅਮਲ ਰਿਹਾ ਕਰਦੇ ਸਨ। ਸੋ ਅੱਜ ਕੱਲ੍ਹ ਦੇ ਕਮਿਸ਼ਨਰਾਂ ਦੇ ਬਰਾਬਰ ਤਾਕਤ ਰੱਖਦੇ ਹੁੰਦੇ ਸਨ ਔਰ ਸੂਬੇ ਦੇ ਤਾਬੇ ਹੁੰਦੇ ਸਨ। ਉਹਨਾਂ ਦੇ ਹੇਠਾਂ ਇੱਕ ਫੌਜਦਾਰ ਤੇ ਅਮਲ ਹੁੰਦਾ ਸੀ, ਉਸ ਦੇ ਤਾਬੇ ਕਈ ਚੌਧਰੀ ਥਾਪੇ ਹੋਏ ਹੁੰਦੇ ਸਨ। ਉਹ ਮਾਮਲਾ ਇਕੱਠਾ ਕਰਦੇ ਸਨ, ਚੋਰਾਂ ਧਾੜਵੀਆਂ ਦੇ ਰਾਜ ਤੋਂ ਦਰੋਹੀ ਪੁਰਖਾਂ ਦਾ ਬੰਦੋਬਸਤ ਕਰਦੇ ਹੁੰਦੇ ਸਨ। ਭਾਵੇਂ ਸੂਬੇ ਸਰਹੰਦ ਦੇ ਪਾਸ ਬੰਦੇ ਦੀ ਆਮਦ ਦੇ ਹਾਲ ਦੀਆਂ ਰਿਪੋਰਟਾਂ ਵੀ ਪਹੁੰਚ ਚੁੱਕੀਆਂ ਸਨ, ਪਰ ਸੂਬੇ ਨੇ ਕੁਛ ਨਾ ਕਹੀ। ਇੱਧਰ ਜਦ ਚੌਧਰੀਆਂ ਨੇ ਕੈਂਥਲ ਦੇ ਹਾਕਮ ਪਾਸ ਆ ਕੇ ਖਜ਼ਾਨਾ ਲੁੱਟੇ ਜਾਣ ਦੀ ਰਿਪੋਰਟ ਕੀਤੀ ਤਾਂ ਉਹ ਆਪਣੇ ਇਲਾਕੇ ਦੇ ਪਿੰਡਾਂ ਵਿੱਚੋਂ ਘਰ ਘਰ ਦਾ ਇੱਕ ਇੱਕ ਆਦਮੀ ਗਵਾਂਢੀ ਫੌਜ ਬਣਾ ਕੇ ਬੰਦੇ ਨੂੰ ਸਜ਼ਾ ਦੇਣ ਵਾਸਤੇ ਕੈਂਥਲੋਂ ਚੜ੍ਹਿਆ। ਅੱਗੋਂ ਸਿੰਘ ਤੇ ਬੰਦਾ ਸਿੰਘ ਹੋਰ ਧਾੜਵੀ ਬਹਾਦਰ ਜੋ ਵੱਡੇ ਵੱਡੇ ਸੂਰਮੇ ਸਨ, ਜੰਗ ਦਰਿਆ ਦੇ ਮੱਸ ਚਿੱਖੀ ਖਾਂਦੇ ਫਿਰ ਰਹੇ ਸਨ। ਮੈਦਾਨ ਦੇ ਵਿੱਚ ਮੁਕਾਬਲਾ ਕਰਕੇ ਜਦ ਉਹਨਾਂ ਦੀ ਗਿਣਤੀ ਦੇ ਹਿੰਮਤ ਅਧਿਕ ਦੇਖੀ ਤਾਂ ਪਾਸ ਹੀ ਜੋ ਸਿੰਘਣਾ ਬਣ ਸੀ, ਸਿੰਘਾਂ ਨੂੰ ਲੈ ਕੇ ਉਸ ਵਿੱਚ ਬੰਦਾ ਵੜ ਗਿਆ। ਸਿੰਘ ਤਾਂ ਪੈਦਲ ਸਨ, ਬਣਾ ਦੇ ਵਿੱਚ ਚੰਗੇ ਲੜਦੇ ਰਹੇ, ਪਰ ਸ਼ਾਹੀ ਫੌਜ ਦੇ ਵਿੱਚ ਕੁਛ ਨਾ ਸਕੀ। ਉਹ ਜੰਗਲਾਂ ਦੇ ਵਿੱਚ ਵੜ ਨਾ ਸਕੀ ਝਾੜੀਆਂ ਤੋਂ, ਕਿਉਂਕਿ ਉਹਨਾਂ ਦੇ ਸਰੀਰ ਸਨ ਉਹ ਕੋਮਲ ਸਨ।
ਝਾੜੀਆਂ ਦੇ ਕੰਡਿਆਂ ਨੇ ਉਹਨਾਂ ਨੂੰ ਬਹੁਤ ਦੁੱਖ ਦਰਦ ਦਿੱਤਾ। ਤੇ ਉੱਤੋਂ ਸਿੰਘਾਂ ਦੇ ਵਾਰ ਸਾਧ ਸੰਗਤ ਜੀ ਘੋੜੇ ਆਪ ਸਾਂਭ ਲਏ ਤੇ ਸਿੰਘਾਂ ਨੇ ਹੌਸਲਾ ਕਰਕੇ 50 ਕੁ ਨੂੰ ਮੁਕਤੀ ਦਾ ਫਲ ਖਵਾ ਦਿੱਤਾ। ਸਾਧ ਸੰਗਤ ਜੀ ਘੋੜਿਆਂ ਤੇ ਕਬਜ਼ਾ ਕਰਕੇ ਹੌਸਲੇ ਵੱਧਦੇ ਤੇ ਤੁਸ ਸਮਝ ਕੇ ਉਹਨਾਂ ਦੇ ਗਲ ਜਾ ਪਏ। ਉਹ ਵੀ ਜਾਨ ਲੈ ਕੇ ਹਾਰਨ ਹੋ ਗਏ। ਕਾੜ ਵੀ ਧਾੜ ਤਾਂ ਉੱਥੇ ਘੜੀ ਆਪਣੇ ਆਪਣੇ ਘਰਾਂ ਨੂੰ ਨੱਠ ਗਈ, ਫਤਿਹ ਬੰਦੇ ਦੀ ਹੋਈ। ਸਾਧ ਸੰਗਤ ਜੀ ਬੰਦੇ ਨੇ ਸਮਾਣੇ ਦਾ ਜੋ ਲੁੱਟਣਾ ਸੀ ਉਹ ਨਿਹਚੇ ਕਰ ਰੱਖਿਆ ਸੀ। ਇੱਧਰ ਜਥਾ ਦਿਨ ਦੂਣਾ ਰਾਤ ਚੌਗੁਣਾ ਵੱਧਦਾ ਗਿਆ। ਤੁਰਕਾਂ ਦਾ ਤੇਜ ਦਬਦਬਾ ਘਟਦਾ ਗਿਆ। ਸਿੰਘਾਂ ਨੇ ਬੰਦੇ ਸਾਥ ਹੋ ਕੇ ਅਨੇਕ ਪਿੰਡ ਮੁਸਲਮਾਨਾਂ ਦੇ ਲੁੱਟ ਪੁੱਟ ਲਏ, ਆਪਣੀ ਤਾਕਤ ਵਧਾ ਲਈ। ਸਾਰੇ ਪੰਜਾਬੀ ਸ਼ਹਿਰਾਂ ਦੇ ਸ਼੍ਰੋਮਣੀ ਧਨ ਵਾਲੇ ਸ਼ਹਿਰ ਸਮਾਣੇ ਨੂੰ ਲੁੱਟਣ ਲਈ ਉਛਲ ਰਹੇ ਸਨ, ਤਤਪਰ ਹੋ ਰਹੇ ਸਨ। ਸਾਧ ਸੰਗਤ ਜੀ ਬੰਦੇ ਦੀ ਫੌਜ ਦਾ ਬੇੜਾ ਭਰਦਾ ਜਾ ਰਿਹਾ ਸੀ ਤੇ ਲੁੱਟ ਖਸੁੱਟ ਵੀ ਹੋ ਰਹੀ ਸੀ। ਬੰਦਾ ਕਜੀਚੀਆਂ ਲੈ ਲੈ ਕੇ ਆਖਦੇ ਸਨ, ਭੈਂਸ ਦਾ ਮੂੰਹ ਡਹਿਰ ਤੋਂ ਅਤੇ ਲੁਟੇਰੇ ਦਾ ਸ਼ਹਿਰ ਤੋਂ ਡਰਦਾ ਹੈ। ਫਿਰ ਇਸੇ ਸ਼ਹਿਰ ਜਿੱਡਾ ਧਨੀ ਹੋਰ ਕੋਈ ਉਦੋਂ ਸ਼ਹਿਰ ਨਹੀਂ ਸੀ, ਕਿਉਂਕਿ ਇੱਥੋਂ ਦੇ ਵੱਡੇ ਵੱਡੇ ਅਮੀਰ ਉਮਰਾਓ ਬਾਦਸ਼ਾਹੀ ਹੋ ਚੁੱਕੇ ਸੀ, ਜਿਨ੍ਹਾਂ ਨੂੰ ਬਾਦਸ਼ਾਹ ਨੇ ਪਾਲਕੀ ਵਿੱਚ ਚੜ੍ਹ ਕੇ ਕਚਹਿਰੀ ਵਿੱਚ ਆਉਣ ਦਾ ਹੁਕਮ ਵੀ ਦਿੱਤਾ ਹੋਇਆ ਸੀ। ਉਹ 22 ਅਮੀਰ ਇੱਥੇ ਵੱਸਦੇ ਸਨ। ਬੜੇ ਬੜੇ ਮਹਿਲ ਬਾਦਸ਼ਾਹ ਜੈਸੇ ਉਹਨਾਂ ਦੇ ਸੀ। ਨਾਲੇ ਇਹ ਸਮਾਣਾ 4 ਦਸਤੂਰਾਂ ਵਿੱਚੋਂ ਸੀ, ਹਵੇਲੀ, ਤਿਹਾੜਾ, ਥਨੇਸਰ, ਸਮਾਣਾ। ਫਿਰ ਇੱਕ ਇੱਕ ਦਸਤੂਰ ਦੇ ਤਾਬੇ 9 ਪਰਾਗਣੇ ਸੀ। ਸਭ ਦੀ ਦੌਲਤ ਇਸੇ ਥਾਂ ਆਇਆ ਕਰਦੀ ਸੀ। ਪਿੰਡਾਂ ਦੇ ਵਿੱਚ ਮੁਸਲਮਾਨਾਂ ਨੇ ਉਦੋਂ ਮਿੱਟੀ ਦੇ ਤਵੇ ਚੜ੍ਹਾ ਛੱਡੇ ਸਨ। ਅਮਲਾਂ ਦੀਆਂ ਸਖਤਾਈਆਂ, ਕਾਨੂੰਗੋਆਂ ਦੀਆਂ ਰਿਸ਼ਵਤਾਂ, ਧਾੜਵੀਆਂ ਦੀਆਂ ਲੁੱਟਾਂ ਪੁੱਟਾਂ ਜ਼ਿਮੀਂਦਾਰਾਂ ਪਰ ਹਮੇਸ਼ਾ ਬਣੀਆਂ ਰਹਿੰਦੀਆਂ ਸਨ, ਜਿਸ ਕਰਕੇ ਵਿਚਾਰੇ ਹਰ ਵੇਲੇ ਰੋਂਦੇ ਹੋਏ ਇਹੋ ਆਖਦੇ ਰਹਿੰਦੇ ਸੀ ਕਿ ਹੇ ਪਰਮੇਸ਼ਰ, ਹੇ ਪਰਮਾਤਮਾ, ਕੋਈ ਐਸੀ ਸ਼ਕਤੀ ਭੇਜ, ਕੋਈ ਐਸਾ ਬੰਦਾ ਭੇਜ ਜੋ ਸਾਨੂੰ ਇਹਨਾਂ ਜ਼ਾਲਮਾਂ ਤੋਂ ਬਚਾ ਸਕੇ। ਇਹਨਾਂ ਦੀਆਂ ਕਹਿਰ ਦੀਆਂ ਜੋ ਸਾਡੇ ਉੱਪਰ ਜ਼ੁਲਮ ਦੀਆਂ ਘੜੀਆਂ ਬੀਤ ਰਹੀਆਂ, ਇਹਨਾਂ ਤੋਂ ਸਾਨੂੰ ਬਚਾ ਸਕੇ। ਸਾਧ ਸੰਗਤ ਜੀ ਪਰਮੇਸ਼ਰ ਹਮੇਸ਼ਾ ਦੁਖੀਆਂ ਦੀ ਸੁਣਦਾ ਹੈ। ਇਹਨਾਂ ਜ਼ਾਲਮਨ ਮੁਸਲਮਾਨਾਂ ਦਾ ਨਾਸ਼ ਕਰਨ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਇੱਧਰ ਨੂੰ ਆ ਰਿਹਾ ਸੀ। ਮੁਸਲਮਾਨਾਂ ਨੇ ਬੰਦੇ ਦਾ ਟਿਮਟਾਣਾ ਸੁਣ ਵੀ ਰੱਖਿਆ ਸੀ, ਪਰ ਹੰਕਾਰ ਨੇ ਕੁਛ ਨਾ ਕੁਛ ਉਛਲ ਦਿੱਤਾ। ਆਪਣੇ ਸ਼ਹਿਰ ਦੀ ਬੜਾਈ ਤੜਕਾਈ ਭਰੋਸੇ ਆਕੜੇ ਰਹੇ। ਸਾਧ ਸੰਗਤ ਜੀ ਸਮਝਦੇ ਸਨ ਕਿ ਸਾਡੇ ਸ਼ਹਿਰ ਦੇ ਜੋ ਦੀਵਾਰਾਂ ਨੇ, ਸਾਡੇ ਸਿਪਾਹੀ ਨੇ, ਉਹ ਬੰਦਾ ਸਾਡੀ ਲੁੱਟ ਕਿਸ ਤਰ੍ਹਾਂ ਕਰ ਸਕੇਗਾ। ਪਰ 10 ਕੋਹ ਧਾਵੇ ਕਰਕੇ ਸੰਕੇਤੀ ਦਿਨ ਦੇ ਵੱਡੇ ਤੜਕੇ ਸਮਾਣੇ ਦੇ ਟਿੱਬਿਆਂ ਦੇ ਵਿੱਚ ਲਸ਼ਕਰ ਨੇ ਆ ਕੇ ਦਾਖਲ ਕਰ ਲਿਆ। ਹੱਲਾ ਕਰਕੇ ਸਿੰਘਾਂ ਦੇ ਧਾੜਵੀ ਨੇ ਅੰਧਾ ਧੁੰਦ ਅਚਨਚੇਤ ਬਿਜਲੀ ਵਾਂਗ ਸ਼ਹਿਰ ਵਿੱਚ ਆ ਧਸੇ। ਗਲੀ ਗਲੀ ਵਿੱਚ ਘਰ ਘਰ ਦੇ ਵਿੱਚ ਤੌਬਾ ਤੌਬਾ ਹਾਏ ਹਾਏ ਪੁਕਾਰਨ ਲੱਗੇ। ਸਾਧ ਸੰਗਤ ਜੀ ਸਿੰਘਾਂ ਨੇ ਐਸੀ ਧਾੜ ਮਚਾਈ ਕਿ ਕਿਸੇ ਨੂੰ ਭੱਜਣ ਨੂੰ ਥਾਂ ਨਾ ਲੱਭੇ। ਤਲਵਾਰਾਂ, ਨੇਜਿਆਂ, ਤੀਰਾਂ, ਬੰਦੂਕਾਂ ਦੀ ਮਾਰ ਨੇ ਤੌਬਾ ਤੌਬਾ ਕਰਾ ਦਿੱਤੀ। ਲੋਕ ਥਾਂ ਦੇ ਬਾਹਰ ਲਾ ਦਿੱਤੇ, ਲਹੂ ਦੇ ਝਲਾਰ ਵਗ ਤੁਰੇ। ਕੋਈ ਘਰ-ਬਾਰ ਧਨ ਛੱਡ ਕੇ ਨੱਸ ਗਿਆ। ਜੇ ਕੋਈ ਬਚਿਆ ਬੋਦੀ ਜਾਂ ਜਨੇਊ ਦਿਖਾ ਕੇ ਪੈਰੀ ਡਿੱਗ ਪਿਆ, ਉਸ ਦੀ ਜਾਨ ਬਚੀ, ਬਾਕੀ ਸਭ ਮੌਤ ਦੇ ਸ਼ਿਕੰਜੇ ਦੇ ਵਿੱਚ ਆਏ ਗਏ। ਕਟਾਰਾਂ ਦੀਆਂ ਚੋਕਾਂ, ਤਲਵਾਰਾਂ ਦੇ ਫੱਟਾਂ ਨੂੰ ਲੁਟੇਰਿਆਂ ਨੇ ਦੌਲਤ ਬੜਾ ਕਢਾ ਦੇ ਲਈ ਜਿਹੜਾ ਪੈ ਗਈਆਂ। ਜਿੱਧਰ ਕਿਸੇ ਦਾ ਮੂੰਹ ਹੋਇਆ ਦੌੜ ਗਿਆ। ਸੂਰਜ ਚੜ੍ਹੇ ਫਿਰ ਜਿਉਂ-ਜਿਉਂ ਪਿੰਡਾਂ ਦੇ ਵਿੱਚ ਖਬਰਾਂ ਪੁੱਜੀਆਂ, ਲੁਟੇਰੇ ਲੋਕ ਪਿੰਡਾਂ ਦੇ ਵਿੱਚੋਂ ਬੇਸ਼ੁਮਾਰ ਆ ਗਏ। ਬੜੇ ਬੜੇ ਅਮੀਰ ਤੇ ਆਪਣੇ ਮਹਿਲਾਂ ਦੇ ਵਿੱਚ ਆਕੀ ਹੋ ਰਹੇ ਸੀ। ਪਲੋ ਪਲੀ ਵਿੱਚ ਲੁਟੇਰਿਆਂ ਨੇ ਹਵੇਲੀਆਂ ਨੂੰ ਅੱਗਾਂ ਲਾ ਦਿੱਤੀ, ਜਿਸ ਕਰਕੇ ਉਹਨਾਂ ਨੂੰ ਵੀ ਭੱਜਣਾ ਪਿਆ ਤੇ ਅਨੇਕਾਂ ਦੇ ਮੂੰਹ ਵਿੱਚ ਘਾਹ ਲੈ ਕੇ ਸਿੱਖਾਂ ਦੇ ਪੈਰੀਂ ਆ ਪਏ ਤੇ ਸੋ ਉਹ ਬਚੇ।
ਉਹ ਅਤੀ ਬਿਪਤਾ ਦੇ ਵਿੱਚ ਸੈਂਕੜੇ ਇਸਤਰੀਆਂ ਖੂਹਾਂ ਦੇ ਵਿੱਚੋਂ ਹਵੇਲੀਆਂ ਦੇ ਉੱਤੋਂ ਡਿੱਗ ਕੇ ਮਾਰੀਆਂ ਗਈਆਂ, ਕਟਾਰੀਆਂ ਖਾ ਕੇ ਮਰੀਆਂ। ਬਹੁਤੀਆਂ ਨੇ ਜਾਨ ਦੇ ਬਚਾਓ ਵਾਸਤੇ ਦੌੜ ਲਗਾਈ, ਭੱਜੀਆਂ। ਸਾਧ ਸੰਗਤ ਜੀ, ਇਸ ਤਰ੍ਹਾਂ ਜੋ ਸਮਾਣੇ ਦਾ ਲੁੱਟਣਾ ਬਹੁਤ ਜ਼ਿਆਦਾ ਕਹਿਰ ਦੇ ਨਾਲ ਹੋਇਆ, ਕਿਉਂਕਿ ਐਸੀ ਦੁਰਦਸ਼ਾ ਸਮਾਣੇ ਦੀ ਪਹਿਲਾਂ ਕਿਸੇ ਨੇ ਕੀਤੀ ਨਹੀਂ ਸੀ। ਮਦ ਮੱਤੇ ਕੁਪੱਤੇ ਮੁਛਲਿਆ, ਜੇ ਸਾਰੇ ਦੇਸ਼ ਵਿੱਚ ਕਿਸੇ ਹਿੰਦੂ ਦੀ ਬਹੂ ਬੇਟੀ ਦਾ 7 ਤੋੜੇ ਬਿਨਾਂ ਨਹੀਂ ਛੱਡਿਆ ਸੀ ਅਤੇ ਹਿੰਦੂਆਂ ਉੱਤੇ ਜ਼ੁਲਮ ਅਤੁਲਮ ਤਾਂ ਕਰ ਹੀ ਰਹੇ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਜੈਸੇ ਜਗਤ ਗੁਰੂ ਸ਼ਾਂਤਮਈ ਬੇਗੁਨਾਹ ਉੱਤੇ ਐਸੇ ਸ਼ਹਿਰ ਦੇ ਸੈਯਦ ਜਲਾਲਦੀਨ ਨੇ ਤੇਗ ਵਾਹੀ ਸੀ। ਸਾਧ ਸੰਗਤ ਜੀ, ਸਮਾਣੇ ਦਾ ਮਾਰਨਾ ਸੁਣ ਸੁਣ ਕੇ 20 30 ਕੋਹ ਤੋਂ ਲੁਟੇਰੇ ਖਲਕਤ ਚਲੀ ਆਈ। ਬੜੇ ਬੇਤਰਸੀ ਨਾਲ ਮਾਰ ਕੁੱਟ ਕੇ ਪੁਸਤਾਂ ਦੇ ਪ੍ਰਸਾਦੇ ਲੈ ਗਏ। ਮਲੜ ਗੋਤੇ ਮੁਗਲਾਂ ਜੈਸੇ ਬੜੇ ਬੜੇ ਅਮੀਰ ਭਾਵੇਂ ਆਪੋ ਆਪਣੀਆਂ ਹਵੇਲੀਆਂ ਦੇ ਗੜ੍ਹੀਆਂ ਵਿੱਚ ਆਕੀ ਹੋ ਕੇ ਬੈਠੇ ਸੀ, ਪਰ ਕੋਈ ਅਛੂਤ ਨਾ ਰਹਿ ਪਾਇਆ। ਸਾਧ ਸੰਗਤ ਜੀ, ਜਿਨ੍ਹਾਂ ਸਰਦਾਰਾਂ, ਫੌਜਦਾਰਾਂ, ਵਕੀਲਾਂ ਨੇ 10ਵੇਂ ਗੁਰੂ ਜੀ ਨਾਲ ਆਨੰਦਪੁਰ ਛਡਾਉਣ ਵੇਲੇ ਛਲ ਵੱਲ ਕੀਤੇ ਸਨ, ਉਹਨਾਂ ਦੇ ਟੱਬਰਾਂ ਦਾ ਤਾਂ ਸਿੰਘਾਂ ਨੇ ਭੇਤੀਆਂ ਤੋਂ ਭੇਤ ਲੈ ਕੇ ਪੂਰਾ ਖੋਜ ਨਾ ਛੱਡਿਆ। ਉਸੇ ਸਾਲ ਦੇ ਉਜੜੇ ਹੋਏ ਸਮਾਣੇ ਦੇ ਹੁਣ ਤੱਕ ਖੋਲ੍ਹੇ ਪਏ ਹਨ। ਸਾਧ ਸੰਗਤ ਜੀ, ਸ਼ਹਿਰ ਸਮਾਣੇ ਦੇ ਵਿੱਚ ਐਸੀ ਭਾਜੜ ਪਈ ਕਿ ਕਿਸੇ ਨੂੰ ਭੱਜਣ ਨੂੰ ਥਾਂ ਨਾ ਥਿਆਇਆ। ਬੰਦਾ ਸਿੰਘ ਬਹਾਦਰ ਨੇ ਸਮਾਣੇ ਦੀਆਂ ਇੱਟ ਨਾਲ ਇੱਟ ਖੜਕਾ ਦਿੱਤੀ। ਸਾਧ ਸੰਗਤ, ਲੁਟੇਰੇ ਲੋਕ ਬਹੁਤ ਬੰਦਾ ਸਿੰਘ ਬਹਾਦਰ ਦੇ ਨਾਲ ਆ ਰਲੇ ਹੋਏ ਸਨ। ਉਹਨਾਂ ਨੇ ਆਪਣੇ ਜੋ ਗੁਜਰਾਨ ਸੀ ਵੱਧ ਤੋਂ ਵੱਧ ਲੁੱਟ ਉਹਨਾਂ ਤੋਂ ਜਿੰਨੀ ਹੋਈ ਕਰਕੇ ਸਮਾਣੇ ਤੋਂ ਸਾਧ ਸੰਗਤ ਚੱਲੀ ਅਤੇ 3 ਦਿਨ ਪਿੱਛੋਂ ਬਾਬੇ ਬੰਦੇ ਨੇ ਲੁੱਟ ਮਾਰ ਬੰਦ ਕਰ ਦਿੱਤੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਪਾਸ ਜਾ ਕੇ ਡੇਰਾ ਕਰ ਲਿਆ। ਤੰਬੂ ਕਨਾਤਾਂ, ਦਰੀਆਂ ਵਗੈਰਾ ਸਮਾਨ ਬੇਸ਼ੁਮਾਰ ਉੱਥੇ ਦੇ ਕੇ ਚੰਗਾ ਸਾਥ ਲੈ ਜਾਣ ਵਾਸਤੇ ਗੱਡੇ ਲਗਾ ਲਏ। ਦਾਰੂ ਛਿੱਕਾ ਹਥਿਆਰ ਸਭ ਪ੍ਰਕਾਰ ਦੇ ਅਮੀਰਾਂ ਦੇ ਘਰਾਂ ਵਿੱਚੋਂ ਮਨ ਭਾਉਂਦੇ ਸਿੰਘਾਂ ਨੇ, ਧਾੜਵੀਆਂ ਨੇ ਉਠਾ ਲਏ। ਇਸ ਸਮੇਂ ਵਜੀਦ ਖਾਂ ਸੂਬੇ ਦੇ 4 ਚੁਗਲ ਭੇਤ ਲੈਣ ਵਾਸਤੇ ਬਾਬੇ ਬੰਦੇ ਦੀ ਫੌਜ ਦੇ ਵਿੱਚ ਆ ਗਏ। ਨੀਤ ਨਿਪੁੰਨ ਬੰਦੇ ਨੇ ਉਹਨਾਂ ਨੂੰ ਛਿੱਤਰਾਂ ਦੀ ਮਾਰ ਕਰਾ ਕੇ 2-1 ਚਲਾਕਾਂ ਦੇ ਨੱਕ ਕੰਨ ਕਟਾ ਕੇ ਛੱਡ ਦਿੱਤੇ ਅਤੇ ਸੁਨੇਹਾ ਦਿੱਤਾ, ਵਜੀਦੇ ਖਾਲਸੇ ਦੀ ਸ਼ਰਨ ਲੈ ਲਵੇ, ਨਹੀਂ ਤਾਂ ਇਹੋ ਹਾਲ ਤੇਰਾ ਵੀ ਹੋਊਗਾ, ਇਹਦੋਂ ਭੈੜਾ ਹੀ ਹੋਏਗਾ। ਹੁਣ ਜਦੋਂ ਸਮਾਣੇ ਨੂੰ ਸਰਕਾਰ ਨੇ 8 ਦਿਨ ਉਸੇ ਥਾਂ ਮੁਕਾਮ ਰੱਖਿਆ, ਮਨ ਭਾਏ ਗੀਤ ਗਾਏ, ਗੁਰਦੁਆਰੇ ਪ੍ਰਸ਼ਾਦ ਕਰਾਏ, ਧਾੜਵੀ ਲੋਕਾਂ ਦੌਲਤ ਜੋ ਲੁੱਟੀ ਸੀ ਆਪਣੇ ਆਪਣੇ ਘਰੀ ਛੱਡਣ ਚਲੇ ਗਏ। ਮੁੜ 5-5 7-7 ਜਵਾਨ ਨੂੰ ਸਾਥ ਲੈ ਕੇ ਆਏ। ਇਸ ਕਰਕੇ ਫਿਰ ਤਾਂ ਬੰਦੇ ਦਾ ਬੜਾ ਭਾਰੀ ਟਿਮਟਾਣਾ ਹੋ ਗਿਆ ਸੀ, ਜਿਸ ਨੂੰ ਦੇਖ ਕੇ ਸਿੰਘ ਤੇ ਬਾਬਾ ਬੰਦਾ ਬਹੁਤ ਖੁਸ਼ ਹੋਏ। ਚੁਗਲਾਂ ਦੇ ਸਰਹੰਦ ਪੁੱਜ ਕੇ ਜਦ ਸਾਰਾ ਹਾਲ ਸਮਾਣੇ ਦਾ ਤੇ ਲੁਟੇਰੇ ਲਸ਼ਕਰ ਦਾ ਵਜੀਦ ਖਾਂ ਨੂੰ ਸੁਣਾਇਆ ਤਾਂ ਉਹ ਬਹੁਤ ਤੜਫਿਆ, ਮਨ ਵਿੱਚ ਬਹੁਤ ਝੁਰਿਆ। ਸਾਧ ਸੰਗਤ ਜੀ, ਮਨ ਵਿੱਚ ਉਸਦੇ ਬਹੁਤ ਝੁਰੇਵਾਂ ਹੋਇਆ, ਆਪਣੇ ਆਪ ਨੂੰ ਕੋਸਣ ਲੱਗਿਆ। ਉਧਰ ਮਜਾਇਲ ਸਿੰਘ ਜੋ ਵਿਸ਼ੇਸ਼ ਕਲੇਸ਼ ਝੱਲ ਕੇ ਤੁਰਕਾਂ ਤੋਂ ਚੋਰੀ ਛਿਪੇ ਪਹਾੜਾਂ ਦੇ ਰਸਤੇ ਹੁੰਦੇ ਹੋਏ ਕੀਰਤਪੁਰ ਠਹਿਰ ਰਹੇ ਸੀ, ਉਹਨਾਂ ਦੇ ਰੋਕਣ ਵਾਸਤੇ ਰੋਪੜੀਏ, ਬਹਿਲੋਲਪੁਰੀਏ ਕੋਟ ਦੇ ਵਸਿੰਦਿਆਂ ਦੇ ਜਗੀਰਦਾਰਾਂ ਚੌਧਰੀਆਂ ਨੂੰ ਹੁਕਮ ਭੇਜਿਆ ਕਿ ਤੁਸੀਂ ਇਹਨਾਂ ਸਿੰਘਾਂ ਨੂੰ ਜੋ ਕੀਰਤਪੁਰ ਇਕੱਠੇ ਹੋ ਰਹੇ ਹਨ, ਬਾਬੇ ਬੰਦੇ ਦੇ ਵੱਲ ਨਾ ਆਉਣ ਦੇਣਾ, ਉੱਧਰ ਹੀ ਮਾਰ ਮੁਕਾਓ। ਇਹ ਹੁਕਮ ਦੇ ਅਨੁਸਾਰ ਉਹਨਾਂ ਨੇ ਆਪਣੇ ਆਪਣੇ ਪਰਾਗਣੇ ਦੇ ਮੁਸਲਮਾਨ ਬਹੁਤ ਸਾਰੇ ਇਕੱਠੇ ਕਰਕੇ ਮਝੈਲਾਂ ਦੇ ਰਾਹ ਰੋਕ ਛੱਡੇ ਸਨ। ਭਾਵੇਂ ਉਹਨਾਂ ਸਿੰਘਾਂ ਦੇ ਖਾਣ ਪਾਣ ਦੀ ਸੇਵਾ ਕੀਰਤਪੁਰੀਏ ਅਰੋੜੇ ਸਿੰਘ, ਕਸੌਰਾ ਸਿੰਘ
ਰਾਮ ਸਿੰਘ ਵਗੈਰਾ ਜੋ ਕਈ ਟਾਂਡਿਆਂ ਦੇ ਨਾਇਕ ਧਨੀ ਸੀ ਕਰਦੇ ਰਹੇ ਸਨ, ਪਰ ਸਮਾਣੇ ਦੀ ਲੁੱਟ ਮਝੈਲਾਂ ਦੀ ਛਾਤੀ ਦੇ ਵਿੱਚ ਰੜਕ ਰਹੀ ਸੀ। ਇੱਧਰ ਬਾਬੇ ਬੰਦੇ ਦੇ ਪ੍ਰਧਾਨ ਮਲ ਜਿੱਤਣ ਵਾਂਗੂ ਜਦ ਸਮਾਣਾ ਜੋ ਕਦੀ ਕਿਸੇ ਨੇ ਲੁੱਟਿਆ ਮਾਰਿਆ ਨਹੀਂ ਸੀ, ਲੁੱਟ ਮਾਰ ਲਿੱਤਾ, ਤੇ ਸਿੰਘ ਜੋ ਦੌਲਤ ਲੁੱਟ ਦੀ ਘਰੋਂ ਘਰੀ ਛੱਡ ਆਏ ਸਨ ਉਹ ਵੀ ਮੁੜ ਆ ਗਏ। ਤਾਂ ਬੰਦੇ ਨੇ ਆਪਣਾ ਫੈਸਲਾ ਬਦਲ ਕੇ ਸਾਰੇ ਲਸ਼ਕਰ ਦਾ ਅਲੀਮਾ ਲਿੱਤਾ ਤੇ ਆਪ ਜਿਹੜਾ ਵਕਤ ਜਗ੍ਹਾ ਬਾਦਸ਼ਾਹੀ ਲਿਬਾਸ ਪਹਿਨ ਕੇ ਇੱਕ ਉੱਚੀ ਜਗ੍ਹਾ ਬੈਠਾ ਦੇਖਦਾ ਰਿਹਾ। ਜਦ ਦੇਖਿਆ ਕਿ ਮੇਰਾ ਲਸ਼ਕਰ ਠੀਕ ਮੇਰੇ ਮਨ ਦੀ ਇੱਛਾ ਅਨੁਸਾਰ ਕੰਮ ਕਰਨ ਨੂੰ ਤਿਆਰ ਹੈ, ਤਾਂ ਬੰਦੇ ਨੇ ਘੁੜਾਮਬੰਦੀ ਰੁੱਖ ਕੀਤਾ। ਸਾਰਾ ਲਸ਼ਕਰ ਪਿੱਛੇ ਲੱਗ ਤੁਰਿਆ। ਪਲੋਪਲੀ ਵਿੱਚੋਂ ਉੱਥੋਂ ਦੇ ਪਠਾਣਾਂ ਨੇ ਸੁਣ ਕੇ ਮੁਕਾਬਲੇ ਦੀ ਤਿਆਰੀ ਕਰ ਲਈ। ਭਾਵੇਂ ਘੁੜਾਮ ਦੇ ਪਠਾਨ ਬੜੇ ਭਾਰੇ ਸੂਰਬੀਰ ਉਜਾਗਰ ਸਨ, ਬਾਹਰ ਨਿਕਲ ਕੇ ਅੱਗੋਂ ਠੂ ਠਾਹ ਵੀ ਕੀਤੀ, ਪਰ ਸਿੰਘਾਂ ਦਾ ਹੱਲਾ ਅੱਲਾ ਦਾ ਕਹਿਰ ਕੌਣ ਝੱਲੇ। 20 ਕੁ ਆਦਮੀਆਂ ਨੂੰ ਮਰਵਾ ਕੇ ਨੱਠ ਉੱਠੇ। ਫੇਰ ਤਾਂ ਘਰਾਂ ਵਿੱਚੋਂ ਵੀ ਸਿੰਘਾਂ ਨੇ ਜਾ ਫੜ ਬਾਂਸ ਇੱਕ ਸ਼ਿਕਾਰ ਮਾਰ ਲਿੱਤਾ। ਘੋੜੇ ਘੋੜੀਆਂ ਸਿੰਘਾਂ ਨੇ ਤੇ ਪੈਸੇ ਗਊਆਂ ਲੁਟੇਰਿਆਂ ਨੇ ਹੱਕ ਲਈਆਂ। ਗਊ ਮਈਆਂ ਬੰਦੇ ਨੇ ਮੁੜਾਏ ਦਿੱਤੀਆਂ ਤੇ ਲੁੱਟ ਦਾ ਮਾਲ ਰਹਿਣ ਦਿੱਤਾ। ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਡਸਕੇ ਦੀ ਲੁੱਟ ਵਾਸਤੇ ਤਿਆਰੀ ਕਰੇਗਾ। ਸਾਧ ਸੰਗਤ ਜੀ ਹੁਣ ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।